शबद शबद हो गई गीत, गुर ज्ञान गुरप्रीत। खामोश ने बोल, उदास ने अखर, चुपते सीने सहमे लगे। ना कोई समझे ना कोई जाने, लफ्ज़ां दे अपने सिरनावे। कौन किसे दी बात है सुनदा, सब खामोश। किसनू दसीए किसनू कहिए, कित्थे तुर जांदे रूहां दे वासी। मुड़ नहीं आंदे, तुर गए जो, आओ उन्हां दी याद मनाइए। गुरप्रीत दे गीत अज गाइए। शबद शबद हो गई गीत, गुर ज्ञान गुरप्रीत। गुरप्रीत गीत ਦੇ ਬਾਰੇ ਗੱਲ ਕਰਨ ਲੱਗਿਆਂ ਪਤਾ ਨਹੀਂ ਲੱਗ ਰਿਹਾ ਕਿ ਗੱਲ ਕਿੱਥੋਂ ਸ਼ੁਰੂ ਕਰਾਂ। ਕੁਝ ਦਿਨ ਹੋਏ ਪਰਮਿੰਦਰ ਸੋਢੀ ਹੋਰਾਂ ਦੀ ਜਦੋਂ ਪੋਸਟ ਪੜ੍ਹੀ ਤਾਂ ਦਿਲ ਨੂੰ ਧੱਕਾ ਜਿਹਾ ਲੱਗਾ, ਕਿਉਂਕਿ ਅਜੇ 15-20 ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਉਸਨੇ ਫਰੈਂਡ ਰਿਕੁਐਸਟ ਭੇਜੀ ਸੀ ਅਤੇ ਮੈਂ ਜਦੋਂ ਉਸ ਦੀ ਪ੍ਰੋਫਾਈਲ ਵੇਖੀ ਤਾਂ ਚੁੱਪਚਾਪ ਮੁਸਕਰਾਉਣ ਵਾਲੀ ਸ਼ਾਂਤ ਜਿਹੀ ਕੁੜੀ ਦਾ ਚਿਹਰਾ ਦਿਸਿਆ। ਮੈਨੂੰ ਲੱਗਿਆ ਕਿ ਇਸ ਕੁੜੀ ਨਾਲ ਮੇਰਾ ਕੋਈ ਪੁਰਾਣਾ ਰਿਸ਼ਤਾ ਹੈ, ਜਿੱਦਾਂ ਉਹ ਕਦੇ ਮੇਰੀ ਧੀ ਹੋਏਗੀ, ਜਾਂ ਇੰਝ ਲੱਗਾ ਇਹ ਜ਼ਰੂਰ ਕਿਸੇ ਜਨਮ 'ਚ ਮੇਰੀ ਭੈਣ ਹੋਏਗੀ। ਇੱਕ ਅਜੀਬ ਜਿਹੀ ਅਪਣੱਤ ਦਾ ਅਹਿਸਾਸ ਹੋਇਆ ਅਤੇ ਇਹ ਅਪਣੱਤ ਉਸ ਦੇ ਜਾਣ ਤੋਂ ਬਾਅਦ ਹੋਰ ਵੀ ਗੂੜੀ ਹੋ ਗਈ। ਇਹ ਸਿਰਫ ਮੈਨੂੰ ਨਹੀਂ ਲੱਗਾ, ਇਹ ਤੁਹਾਨੂੰ ਵੀ ਲੱਗਾ ਸੀ। ਤਾਂ ਹੀ ਤੁਸੀਂ ਉਸ ਦੇ ਸ਼ਬਦਾਂ ਦੇ ਨਾਲ ਜੁੜ ਗਏ। ਉਹ ਦੇਹ ਦੇ ਰੂਪ ਦੇ ਵਿੱਚ ਸਾਡੇ ਕੋਲ ਨਹੀਂ ਹੈ, ਸ਼ਬਦ ਦੇ ਰੂਪ ਵਿੱਚ ਉਹ ਸਾਡੇ ਕੋਲ ਹੈ। ਉਸ ਦੀ ਗੱਲ ਕਰਦਿਆਂ ਪਤਾ ਨਹੀਂ ਲੱਗ ਰਿਹਾ ਕਿ ਕੀ ਕਹਾਂ। ਮੈਂ ਕਿੰਨਾ ਕੁ ਜਾਣਦਾ ਸਾਂ ਉਸਨੂੰ, ਪਰ ਫਿਰ ਵੀ ਮੈਂ ਬਹੁਤ ਜਾਣਦਾ ਸਾਂ ਉਸਨੂੰ, ਕਿਉਂਕਿ ਉਹ ਗੀਤ ਸੀ। ਮੈਨੂੰ ਲੱਗਦਾ ਹੈ ਕਿ ਸਾਡੀ ਚੁੱਪ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਅਸੀਂ ਗੁਰਪ੍ਰੀਤ ਦੇ ਬਾਰੇ ਕਰ ਲੈਣੀਆਂ ਨੇ। ਆਓ ਆਪਾਂ ਗੁਰਪ੍ਰੀਤ ਨੂੰ ਯਾਦ ਕਰਦੇ ਹਾਂ ਤੇ ਹਮੇਸ਼ਾ ਉਸ ਨੂੰ ਆਪਣੇ ਕੋਲ ਰੱਖਾਂਗੇ। ਇਹ ਗੁਰਪ੍ਰੀਤ ਦੇ ਨਾਲ ਵਾਅਦਾ ਕਰਦੇ ਹਾਂ। बहुत ही प्यारी शायरा गुरप्रीत गीत, जो कि शरीर करके अज साडे दरम्यान नहीं है, पर शब्दां करके वो साडे अंग संग है और सदा ਸਾਹਿਤਕ जगत दे अंग संग रहेगी। उस दे सूरजा वर्गे शब्द हमेशा राग सिरा बननगे। दस्तावेज दे उसनों समर्पित इस अंक दे विच, जो कि यादगारी अंक होएगा, उस विच काविक हाज़री है। दोस्तों, नज़म कह रहे हैं सुखन वरां दा नाड़ू। मैं तां तैनू मिलिया भी नहीं कि तेरे तुर जाण दी खबर सुनी। ना सुनिया सुनिया लगा गुरप्रीत गीत, ना सुनिया सुनिया लगा गुरप्रीत गीत। शायद तेरा कोई सुखन पढ़िया होवे किते, किंज जुड़िया हुंदा सुखन वरां दा नाड़ूआ। कि तुर शब्द दी नापी कंबी है, सूत्र धार दा सूत्र तूंबे दी तार वांग थरथराया। कि बिजली वर्गा कुछ वजूद चों गुजरिया। अंदरों अज फिर कोई बोलिया,
ਅਸੀਂ ਅਜ਼ਨਬੀ ਨਹੀਂ ਹਾਂ। ਇੱਕ ਅਕੇਰਾ ਫਿਰ ਬ੍ਰਹਿਮੰਡ 'ਚ ਉੜਦੀ ਧੂਲ ਨੂੰ ਅੱਖਾਂ 'ਚ ਅਟਕੇ ਅਥਰੂ 'ਚੋਂ ਨਿਹਾਰਿਆ ਤੇ ਚੁੱਪ ਹੋ ਗਿਆ। ਨਜ਼ਮ ਹੈ ਦੋਸਤੋ, ਸ਼ਬਦ ਥਮੀਆਂ ਬੰਦੇ ਹੀ ਹਾਂ ਨਾ ਆਖਿਰ, ਹੱਸਣਾ ਗਾਉਣਾ ਰੋਣਾ ਸਿਸਕਣਾ ਤੇ ਕਦੇ ਸੁੰਨ ਮੁੰਨ ਹੋ ਜਾਣਾ। ਹਿੱਸੇ ਆਇਆ ਜਿਨ੍ਹਾਂ ਦੇ ਵੇਖਦਾ ਹਾਂ ਪੰਜ ਤੱਤਾਂ ਦੀ ਲੀਲਾ, ਕਿ ਕਦੇ ਇੱਕ ਹੰਝੂ ਭਰ ਪਾਣੀ ਹੀ ਸਮੁੰਦਰੋਂ ਡੂੰਘਾ ਹੋ ਜਾਂਦਾ, ਤੇ ਕਦੇ ਕੋਈ ਤੇਜ਼ ਹਵਾ ਦਾ ਬੁੱਲਾ ਖਿਲਾਰ ਦਿੰਦਾ ਤੀਲਾ ਤੀਲਾ, ਬਲੈਕ ਹੋਲ 'ਚ ਸਿਮਟਿਆ ਲੱਗਦਾ ਆਪਣੇ ਹਿੱਸੇ ਦਾ ਆਕਾਸ਼। ਬਲੈਕ ਹੋਲ 'ਚ ਸਿਮਟਿਆ ਲੱਗਦਾ ਆਪਣੇ ਹਿੱਸੇ ਦਾ ਆਕਾਸ਼, ਤੇ ਸਾਰੀ ਦੀ ਸਾਰੀ ਅਗਨ ਚੁਟਕੀ ਪਰ ਰਾਖ ਹੋ ਜਾਂਦੀ। ਹੁਕਮ ਰਜ਼ਾ ਭਾਣਾ, ਹੁਕਮ ਰਜ਼ਾ ਭਾਣਾ, ਐਨ ਉਸ ਵਕਤ ਸ਼ਬਦ ਥਮੀਆਂ ਲਾ ਦਿੰਦਾ ਹੋਂਦ ਦੇ ਮਹਲ ਨੂੰ। ਮੈਂ ਪਰਮਿੰਦਰ ਸੋਢੀ ਜਾਪਾਨ ਤੋਂ। ਪਰਸੋਂ ਗੁਰਪ੍ਰੀਤ ਦਾ ਜਾਣ ਦਾ ਪਤਾ ਲੱਗਿਆ, ਤੇ ਉਸ ਤੋਂ 2 ਦਿਨ ਪਹਿਲਾਂ ਮੈਂ ਫੇਸਬੁੱਕ ਤੇ ਇੱਕ ਮੈਸੇਜ ਪਾਇਆ ਕਿ ਜੇ ਤੁਸੀਂ ਹਾਲੇ ਜਿਉਂਦੇ ਜਾਗਦੇ ਆ ਤਾਂ ਕੁਝ ਵੀ ਸੰਭਵ ਹੈ। ਤੇ ਮੈਨੂੰ ਉਹਦਾ ਗੁਰਪ੍ਰੀਤ ਦਾ ਮੈਸੇਜ ਆਇਆ ਕਿ ਇਹ ਜਿਹੜਾ ਤੁਹਾਡਾ ਅਖਾਣ ਤੁਸੀਂ ਪਾਇਆ ਇਹ ਕਿਸ ਦਾ ਹੈ। ਤੇ ਮੈਂ ਉਹਨੂੰ ਦੱਸਿਆ ਕਿ ਇਹ ਨਾ ਇੱਕ ਵੀਅਤਨਾਮੀ ਬੋਧੀ ਪਿਹੂ ਹੈ, ਆਪਣਾ ਟਿਚ ਨਾਟ ਹਾਨ, ਉਹਦਾ ਇਹ ਅਖਾਣ ਹੈ ਇਹ। ਤੇ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਇਹਦੀ ਕੋਈ ਕਿਤਾਬ ਦੱਸੋ। ਮੈਂ ਕਿਹਾ ਕੋਈ ਨਹੀਂ, ਤੂੰ ਥੋੜਾ ਠੀਕ ਹੋ ਲੈ, ਮੈਨੂੰ ਪਤਾ ਸੀ ਬਿਮਾਰ ਹੈ, ਤੂੰ ਠੀਕ ਹੋ ਫਿਰ ਮੈਂ ਕਿਹਾ ਤੈਨੂੰ ਮੈਂ ਇਹਦੀ ਕਿਤਾਬ ਦੇਵਾਂਗਾ ਪੜ੍ਹਨ ਨੂੰ, ਤੇ ਜ਼ਰੂਰ ਪੜ੍ਹੀ ਤੂੰ। ਤੇ ਉਹਦਾ ਸੁਭਾਅ ਸੀ, ਉਹ ਬੜੀ ਜਲਦੀ ਖੁਸ਼ ਹੋ ਜਾਂਦੀ ਸੀ। ਅੱਛਾ, ਉਹਦੇ ਨਾਲ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਕਿ ਮੈਂ 10 ਸਾਲ ਪਹਿਲਾਂ ਜਲੰਧਰ ਕਿਸੇ ਸਾਹਿਤਕ ਪ੍ਰੋਗਰਾਮ ਤੇ ਗਿਆ, ਤੇ ਉੱਥੇ ਮੈਨੂੰ ਉਹ ਮਿਲੀ, ਐਵੇਂ 2 ਜਾਂ 4 ਮਿੰਟ ਮਿਲੀ ਹੈ। ਤੇ ਉਸ ਤੋਂ ਬਾਅਦ ਜਿਹੜੀ ਸੀ ਸਾਡੀ ਉਹ ਸਾਂਝ ਬਣ ਗਈ। ਅਸੀਂ ਮਤਲਬ ਫੇਸਬੁੱਕ ਤੇ ਜਾਂ WhatsApp ਵਗੈਰਾ ਤੇ ਸਾਡਾ ਚੱਲਦਾ ਸੀ ਮੈਸੇਜ। ਫਿਰ ਵਿੱਚੋਂ ਬੜਾ 2 ਸਾਲ ਬੜਾ ਗੈਪ ਜਾ ਰਿਹਾ। ਫਿਰ 1.5-2 ਮਹੀਨੇ ਪਹਿਲਾਂ ਉਹਦਾ ਮੈਨੂੰ ਸੁਨੇਹਾ ਆਇਆ ਕਿ ਮੇਰਾ ਜਿਹੜਾ ਕਿਤਾਬ ਦਾ ਕਵਿਤਾਵਾਂ ਮੇਰੀਆਂ ਤਿਆਰ ਨੇ, ਮੈਂ ਕਿਤਾਬ ਛਪਣ ਭੇਜਣੀ ਆ ਤੇ ਤੁਸੀਂ ਇਹਦੇ ਬਾਰੇ ਕੁਝ ਲਿਖੋ। ਅੱਛਾ, ਮੈਨੂੰ ਬੜੀ ਖੁਸ਼ੀ ਹੋਈ। ਤੇ ਨਾਲ ਫਿਰ ਉਹਦੇ ਨਾਲ ਇਹ ਵੀ ਗੱਲ ਹੋਈ ਕਿ ਵੀ ਤੂੰ ਆਪਣਾ ਨਾਂ ਜਿਹੜਾ ਗੁਰਪ੍ਰੀਤ ਨਾ ਰੱਖ, ਕਿਉਂਕਿ ਪੰਜਾਬੀ 'ਚ ਬਹੁਤ ਸਾਰੇ ਗੁਰਪ੍ਰੀਤ ਦੇ ਨਾਮ ਨਾਲ ਜਿਹੜੇ ਪਹਿਲਾਂ ਹੀ ਦੋਸਤ ਨੇ ਜਿਹੜੇ ਉਹ ਇਸ ਨਾਮ ਨਾਲ ਕਵਿਤਾ ਲਿਖ ਰਹੇ ਆ। ਮੰਨ ਗਈ ਉਹ। ਫਿਰ ਉਹਨੇ ਆਪਸ 'ਚ ਗੱਲ ਹੋਈ ਤੇ ਉਹਨੂੰ ਨਾਂ ਗੁਰਪ੍ਰੀਤ ਗੀਤ ਉਹਨੇ ਆਪਣਾ ਰੱਖ ਲਿਆ, ਕਲਮੀ ਨਾਂ ਉਹਨੇ। ਤੇ ਉਹਦੀ ਕਿਤਾਬ ਬਾਰੇ ਮੈਂ ਲਿਖ ਕੇ ਭੇਜ ਦਿੱਤਾ, ਕਿਤਾਬ ਛਪਣ ਚਲੀ ਗਈ। ਤੇ ਫਿਰ WhatsApp ਤੇ ਜਦੋਂ ਉਹਦੇ ਨਾਲ ਮੇਰੀ ਗੱਲ ਹੋਣੀ ਤੇ ਉਹਨੂੰ ਮੈਂ ਪੁੱਛਿਆ ਵੀ ਕੀ ਗੱਲ, ਤੂੰ ਬਿਮਾਰ ਬੜਾ ਰਹਿੰਦੀ ਹੈ, ਕੀ ਗੱਲ ਹੋ ਗਈ? ਉਹ ਕਹਿੰਦੀ ਮੇਰੀ ਲੀਵਰ 'ਚ ਕੋਈ ਪ੍ਰੋਬਲਮ ਹੈ। ਅੱਛਾ, ਮੈਂ ਕਿਹਾ ਮੈਂ ਉਹਨੂੰ ਮਜ਼ਾਕ ਕੀਤਾ, ਮੈਂ ਕਿਹਾ ਲੀਵਰ ਤਾਂ ਇਹ ਆਪਣਾ ਦੋਸਤ ਹੈ ਤੇ ਉਹਨਾਂ ਨੂੰ ਹੁੰਦਾ ਜਿੰਨਾ ਜਿਹੜੇ ਬਹੁਤੇ ਪੀਂਦੇ ਪੁੰਦੇ, ਤੈਨੂੰ ਕਿਵੇਂ ਹੋ ਗਿਆ ਇਹ? ਤੇ ਉਹ ਕਹਿੰਦੀ ਹਾਂ ਮੇਰਾ ਹਸਪੀਟਲ ਆਣਾ ਜਾਣਾ ਬਣਿਆ ਰਹਿੰਦਾ, ਲੇਕਿਨ ਮੈਂ ਜਲਦੀ ਠੀਕ ਹੋ ਜਾਵਾਂਗੀ। ਮੈਂ ਕਿਹਾ ਵਾਹ, ਬਹੁਤ ਵਧੀਆ। ਤੇ ਚੱਲ ਮੈਂ ਇਸ ਤਰ੍ਹਾਂ ਕਰਦਾ ਕਿ ਮੈਂ ਨਾ ਤੇਰੇ ਲਈ ਮੇਰਾ ਬੁੱਧ ਦਾ ਜਿੱਥੇ ਮੈਂ ਰਹਿਣਾ ਉਹਦੇ ਨੇੜੇ ਬੁੱਧ ਦਾ ਮੰਦਿਰ ਹੈ, ਕਿ ਮੈਂ ਉੱਥੇ ਜਾ ਕੇ ਤੇਰੇ ਲਈ ਦੁਆ ਕਰਕੇ ਆਣਾ, ਤੇਰੀ ਸਿਹਤ ਦੀ ਚੰਗੀ ਸਿਹਤ ਲਈ। ਮੈਂ ਗਿਆ ਉੱਥੇ ਲਈ ਦੁਆ ਕੀਤੀ, ਉੱਥੋਂ ਮੈਨੂੰ ਇੱਕ ਸੂਤਰ ਮਿਲਿਆ। ਬੁੱਧੀ ਮੰਦਰਾਂ 'ਚ ਸੂਤਰ ਦੇ ਦਿੰਦੇ ਆ, ਉਹ ਨੀਲੇ ਰੰਗ ਦਾ ਬੜਾ ਪਿਆਰਾ ਜਿਹਾ ਸੂਤਰ ਸੀ ਉਹ। ਮੈਂ ਉਹਦੀ ਫੋਟੋ ਖਿੱਚ ਕੇ ਉਹਨੂੰ ਭੇਜੀ, ਬੜੀ ਖੁਸ਼ ਹੋਈ। ਤੇ ਮੈਂ ਕਿਹਾ ਤੂੰ ਜਲਦੀ ਠੀਕ ਹੋ ਜਾਏਂਗੀ, ਕਿਉਂਕਿ ਇਹ ਜਿਹੜੀ ਦੁਆ ਹੈ ਮੈਂ ਤੀਸਰੀ ਵਾਰੀ ਕਿਸੇ ਲਈ ਕੀਤੀ ਹੈ। ਪਹਿਲੀ ਵਾਰੀ ਮੈਂ ਕੀਤੀ ਸੀ ਅੰਮ੍ਰਿਤਾ ਪ੍ਰੀਤਮ ਉਹਨਾਂ ਲਈ, ਜਦੋਂ ਬਹੁਤ ਬਿਮਾਰ ਸੀ ਉਹ। ਤੇ ਦੂਸਰੀ ਵਾਰ ਇਹ ਆਪਣਾ ਇਸੇ ਤਰ੍ਹਾਂ ਗੁਰਪ੍ਰੀਤ ਦੀ ਤਰ੍ਹਾਂ ਇੱਕ ਯੰਗ ਬੱਚੀ ਹੈ ਆਪਣੀ, ਉਹਦਾ ਨਾਂ ਜੱਸੀ ਸੰਘਾ, ਉਹ ਵੀ ਬੜੀ ਕਲਾਕਾਰ ਰੁਚੀਆਂ ਵਾਲੀ ਕੁੜੀ ਹੈ। ਤੇ ਉਹ ਇੱਕ ਵਾਰੀ ਬਿਮਾਰ ਹੋ ਗਈ ਸੀ, ਉਹਦੇ ਲਈ ਵੀ ਜਾ ਕੇ ਮੈਂ ਇਸ ਤਰ੍ਹਾਂ ਦੁਆ ਕੀਤੀ ਸੀ ਤੇ ਮੈਨੂੰ ਉਹ
ਸੂਤਰ ਮਿਲਿਆ ਸੀ। ਮੈਂ ਕਿਹਾ ਉਹ ਦੋਨੇ ਠੀਕ ਹੋ ਗਈਆਂ ਸੀ ਤੇ ਤੂੰ ਵੀ ਜਲਦੀ ਠੀਕ ਹੋ ਜਾਏਂਗੀ, ਇਸ ਕਰਕੇ ਬੜੀ ਖੁਸ਼ ਹੋਈ ਉਹ। ਤੇ ਉਹ ਫਿਰ ਪਿਛਲੇ ਐਤਵਾਰ ਮੈਨੂੰ ਅਚਾਨਕ ਉਹਦੇ ਭਰਾ ਦਾ ਮੈਸੇਜ ਆਇਆ WhatsApp ਤੇ। ਮੈਂ ਸੋਚਿਆ ਕਿ ਸ਼ਾਇਦ ਗੁਰਪ੍ਰੀਤ ਦਾ ਕੋਈ ਗੁੱਡ ਮਾਰਨਿੰਗ ਦਾ ਮੈਸੇਜ ਹੈ। ਖੋਲ ਕੇ ਦੇਖਿਆ ਤੇ ਉਹਨੇ ਕਿਹਾ ਵੀ ਬੜੇ ਦੁੱਖ ਵਾਲੀ ਖਬਰ ਹੈ, ਇਹ ਗੁਰਪ੍ਰੀਤ ਚਲੇ ਗਈ ਹੈ। ਤੇ ਮਨੁੱਖ ਨੇ ਜਾਣਾ ਹੁੰਦਾ, ਮੈਨੂੰ ਪਤਾ ਹੈ। ਮੈਂ ਬੇਸਿਕਲੀ ਮੇਰਾ ਸਬਜੈਕਟ ਹੀ ਇਹ ਹੈ, ਜ਼ਿੰਦਗੀ ਔਰ ਮੌਤ ਦੇ ਉੱਤੇ ਚਿੰਤਨ ਕਰਦੇ ਹਾਂ ਅਸੀਂ ਸਾਰਾ ਦਿਨ। ਤੇ ਕਿਸੇ ਦਾ ਜਾਣਾ ਕੋਈ ਮੇਰੀ ਅਵਸਥਾ 'ਚ ਹੁਣ ਐਡੀ ਵੱਡੀ ਗੱਲ ਨਹੀਂ ਲੱਗਦਾ, ਲੇਕਿਨ ਦੁੱਖ ਇਹ ਹੁੰਦਾ ਹੈ ਕਿ ਇਹ ਛੋਟੀ ਉਮਰ 'ਚ ਬੱਚਾ ਚਲੇ ਜਾਏ ਨਾ ਜਦੋਂ, ਉਦੋਂ ਫਿਰ ਉਹ ਬਰਦਾਸ਼ਤ ਨਹੀਂ ਹੁੰਦਾ। ਇੱਕ ਤੇ ਉਹ ਬੱਚਿਆਂ ਵਰਗੀ ਸੀ, ਫਿਰ ਉਹ ਲਿਖਣ ਲੱਗ ਗਈ। ਜਦੋਂ ਲਿਖਣ ਲੱਗ ਗਈ ਤੇ ਜਦੋਂ ਕੋਈ ਵੀ ਲਿਖਦਾ ਚਾਹੇ ਉਹਦੀ ਫਿਰ ਉਮਰ ਨਹੀਂ ਕਾਊਂਟ ਹੁੰਦੀ, ਉਹ ਤੁਹਾਡਾ ਸਮਕਾਲੀ ਹੋ ਜਾਂਦਾ। ਸਾਰੇ ਲੇਖਕ ਬਰਾਬਰ ਹੋ ਜਾਂਦੇ ਆ, ਇਸ ਕਰਕੇ ਉਹਨੂੰ ਆਪਣੀ ਸਮਕਾਲੀ ਵੀ ਮੰਨਦਾ ਸੀ। ਬਹੁਤ ਸੋਹਣੀ ਪਿਆਰੀ ਕੁੜੀ ਸੀ ਉਹ, ਫੁੱਲਾਂ ਵਰਗੀ ਕੁੜੀ ਸੀ। ਫਿਰ ਉਹਨੂੰ ਤਹਿਜ਼ੀਬ ਬੜੀ ਸੀ। ਆਮ ਕਰਕੇ ਇਹ ਹੁੰਦਾ ਕਿ ਫੇਸਬੁੱਕ ਤੇ ਜਿਹੜੇ ਨਵੇਂ ਯੰਗ ਕੁੜੀਆਂ ਮੁੰਡੇ ਸਾਡੇ ਨਾਲ ਜਿਨ੍ਹਾਂ ਦਾ ਸਹਿਚਾਰ ਬਣਦਾ ਫੇਸਬੁੱਕ ਤੇ, ਉਹ ਬੜੀ ਜਲਦੀ ਭੁੱਲ ਜਾਂਦੇ ਆ, ਤਹਿਜ਼ੀਬ ਭੁੱਲ ਜਾਂਦੇ ਆ, ਤੇ ਉਹ ਸਾਡੇ ਨਾਲ ਦੋਸਤਾਂ ਵਾਂਗੂ ਗੱਲਾਂ ਕਰਨ ਲੱਗ ਜਾਂਦੇ ਆ, ਰੁੱਖੀ ਭਾਸ਼ਾ ਵੀ ਬੋਲਣ ਲੱਗ ਜਾਂਦੇ ਆ, ਆਪਣੇ ਬਰਾਬਰ ਦੇ ਹਮ-ਉਮਰ ਦੋਸਤਾਂ ਵਾਂਗੂ ਉਸ ਕਿਸਮ ਦੀ ਬੋਲੀ ਵਰਤਣ ਲੱਗ ਜਾਂਦੇ ਆ। ਲੇਕਿਨ ਇਹ ਗੁਰਪ੍ਰੀਤ 'ਚ ਇਹ ਗੁਣ ਸੀ ਕਿ ਇਹਨੇ ਉਹ ਤਹਿਜ਼ੀਬ ਕਦੇ ਨਹੀਂ ਛੱਡੀ, ਜਿਸ ਤੋਂ ਪਤਾ ਲੱਗਦਾ ਸੀ ਕਿ ਇਹ ਚੰਗੇ ਪਰਿਵਾਰ 'ਚੋਂ ਚੰਗੇ ਜਿਹੜੀ ਇਹਦੀ ਮਤਲਬ ਦਿਮਾਗੀ ਇਹਦੀ ਡਿਵੈਲਪਮੈਂਟ ਹੈ ਉਹ ਇਹਦੀ ਚੰਗੀ ਹੋਈ ਹੈ, ਤੇ ਬੜੀ ਸੁਹਿਰਦ ਪਰਿਵਾਰ 'ਚੋਂ ਹੈ ਇਹ ਵੀ ਮੈਨੂੰ ਅਹਿਸਾਸ ਹੋਇਆ ਇਹਦੇ ਨਾਲ। ਤੇ ਕਵਿਤਾ ਬਹੁਤ ਸੋਹਣੀ ਲਿਖਦੀ ਸੀ, ਮੈਂ ਉਹਦੀਆਂ ਸਾਰੀਆਂ ਕਵਿਤਾਵਾਂ ਪੜ੍ਹੀਆਂ, ਕਿਤਾਬ ਤੇ ਲਿਖ ਕੇ ਭੇਜਿਆ। ਤੇ ਜਦੋਂ ਉਹ ਬਿਮਾਰ ਹੋਈ ਤੇ ਹਸਪਤਾਲ ਆਂਦੀ ਸੀ ਜਾਂਦੀ ਸੀ, ਇੱਕ ਵਾਰੀ ਹੋਇਆ ਕਿ ਵਾਪਸ ਆ ਗਈ ਉਹ, ਮੈਂ ਬੜਾ ਖੁਸ਼ ਹੋਇਆ। ਫਿਰ 3-4 ਦਿਨ ਮੈਸੇਜ ਨਹੀਂ ਆਇਆ, ਫਿਰ ਉਹ ਦੁਬਾਰਾ ਹਸਪਤਾਲ, ਪਤਾ ਲੱਗਾ ਦੁਬਾਰਾ ਹਸਪਤਾਲ ਹੈ। ਤੇ ਮੈਂ ਫਿਰ ਇੱਕ ਨਜ਼ਮ ਲਿਖੀ ਉਹਦੇ ਤੇ ਮੇਰੀ ਨਜ਼ਮ ਸੀ ਕਿ ਗੁਰਪ੍ਰੀਤ ਲਈ ਲਿਖੀ ਕਿ ਮੇਰਾ ਫਿਕਰ, ਕਵਿਤਾ ਦਾ ਨਾਂ ਸੀ। ਉਹ ਦੋਸਤ ਕੁੜੀ ਬਿਮਾਰ ਹੋ ਗਈ, ਮੇਰਾ ਦਿਲ ਕੀਤਾ ਮੈਂ ਰੱਬ ਦੀ ਉੱਚੀ ਬਾਰੀ ਤੇ ਪੱਥਰ ਮਾਰ ਕੇ ਦੌੜ ਆਵਾਂ। ਉਹ ਦੋਸਤ ਕੁੜੀ ਬਿਮਾਰ ਹੋ ਗਈ, ਮੇਰਾ ਦਿਲ ਕੀਤਾ ਮੈਂ ਰੱਬ ਦੀ ਉੱਚੀ ਬਾਰੀ ਤੇ ਪੱਥਰ ਮਾਰ ਕੇ ਦੌੜ ਆਵਾਂ। ਉਸਨੂੰ ਪੀੜ ਸੀ, ਮੈਂ ਅਰਜ਼ੋਈ ਲੈ ਕੇ ਬੁੱਧ ਕੋਲ ਗਿਆ, ਪਰ ਰੱਬ ਨੂੰ ਚੁੱਪ ਤੇ ਬੁੱਧ ਨੂੰ ਮੁਸਕਰਾਉਂਦਾ ਦੇਖ ਕੇ ਮੈਂ ਪਰਤ ਆਇਆ। ਮੈਂ ਥੱਕ ਹਾਰ ਕੇ ਪਾਰਕ ਦੇ ਬੈਂਚ ਤੇ ਬੈਠ ਗਿਆ। ਮੈਨੂੰ ਲੱਗਿਆ ਨਾ ਰੱਬ ਨੂੰ ਉਸ ਦੀ ਪਰਵਾਹ ਹੈ ਨਾ ਬੁੱਧ ਨੂੰ। ਮੈਨੂੰ ਪਤਾ ਹੈ ਮੈਂ ਗਲਤ ਹੀ ਹੋਵਾਂਗਾ, ਪਰ ਮੈਂ ਕੀ ਕਰਾਂ, ਮੈਨੂੰ ਉਸ ਕੁੜੀ ਦਾ ਬੜਾ ਫਿਕਰ ਹੈ। ਇਹ ਕਵਿਤਾ ਮੈਂ ਉਹਨੂੰ ਲਿਖ ਕੇ ਭੇਜੀ ਤੇ ਉਹਨੂੰ ਚੰਗਾ ਲੱਗਾ। ਉਹ ਕਹਿੰਦੀ ਤੁਸੀਂ ਵਾਕਈ ਦੋਸਤਾਂ ਦਾ ਫਿਕਰ ਕਰਦੇ ਆ, ਤੇ ਇਹੀ ਲੱਗ ਰਿਹਾ ਸੀ ਕਿ ਉਹ ਬੜੀ ਜਲਦੀ ਠੀਕ ਹੋ ਜਾਏਗੀ। ਤੇ ਉਹਦੀ ਕਿਤਾਬ ਛਪਣ ਦੀ ਇੰਤਜ਼ਾਰ ਹੋ ਰਹੀ ਸੀ। ਤੇ ਨਵੀਂ ਕਿਤਾਬ, ਜਦੋਂ ਕਿਸੇ ਸ਼ਾਇਰ ਦੀ ਪਹਿਲੀ ਕਿਤਾਬ ਛਪਦੀ ਹੈ ਕਿਸੇ ਕਵੀ ਦੀ, ਤੇ ਜਿਸ ਸ਼ਿੱਦਤ ਨਾਲ ਉਸ ਕਿਤਾਬ ਦੀ ਉਡੀਕ ਕਰਦਾ ਹੈ ਉਹ ਉਸ ਨੂੰ ਸਮਝਣਾ ਬੜਾ ਔਖਾ ਹੈ। ਉਸ ਨੂੰ ਸਿਰਫ ਉਹੀ ਕਵੀ ਸਮਝ ਸਕਦਾ ਹੈ ਜਿਹੜਾ ਇਸ ਸਥਿਤੀ ਚੋਂ ਲੰਘਿਆ ਹੋਵੇ, ਜਿਹਦੀ ਪਹਿਲੀ ਕਿਤਾਬ ਛਪ ਕੇ ਆ ਰਹੀ ਹੋਵੇ ਔਰ ਉਸ ਕਿਤਾਬ ਦੀ ਉਹ ਉਡੀਕ ਕਰ ਰਿਹਾ ਹੋਵੇ। ਉਹ ਜਿਹੜੀ ਸ਼ਿੱਦਤ ਹੁੰਦੀ ਹੈ ਨਾ ਉਸ ਦੇ ਅੰਦਰ, ਉਹ ਸਿਰਫ ਉਹੀ ਕਵੀ ਸਮਝ ਸਕਦਾ, ਹੋਰ ਕੋਈ ਨਹੀਂ ਸਮਝ ਸਕਦਾ ਦੁਨੀਆ 'ਚ ਆਦਮੀ ਉਸ ਫੀਲਿੰਗ ਨੂੰ, ਜਿਹੜਾ ਆਪ ਉਸ ਚੋਂ ਲੰਘਿਆ ਹੋਵੇ। ਉਹ ਪ੍ਰਕਾਸ਼ਕ ਨੇ ਕਿਤਾਬ ਭੇਜਣ 'ਚ ਕੁਝ ਹਾਲਾਤ ਇਹੋ ਜਿਹੇ ਬਣੇ ਕਿ ਉਹ ਠੀਕ ਟਾਈਮ ਤੇ ਮਤਲਬ ਉਹਦੇ ਕੋਲ ਨਹੀਂ ਪਹੁੰਚ ਸਕੀ ਕਿਤਾਬ ਉਹ, ਤੇ ਗੁਰਪ੍ਰੀਤ ਉਸ ਤੋਂ ਪਹਿਲਾਂ ਅਗਲੀ ਯਾਤਰਾ ਤੇ ਚਲੀ ਗਈ। ਜਾਣਾ ਤੇ ਸਾਰਿਆਂ ਨੇ ਆ, ਇੱਕ ਤੇ ਇਸ ਉਮਰ 'ਚ ਚਲੇ ਜਾਣਾ, ਫਿਰ ਇੱਕ ਚੰਗੇ ਸ਼ਾਇਰ ਦਾ ਚਲੇ ਜਾਣਾ, ਚੰਗੇ ਇਨਸਾਨ ਦਾ ਚਲੇ ਜਾਣਾ, ਸੈਂਸਿਟਿਵ ਬੰਦੇ ਦਾ ਚਲੇ ਜਾਣਾ, ਤੇ ਕਵਿਤਾ 'ਚ ਤੁਹਾਡਾ ਸਮਕਾਲੀ ਹੋਵੇ ਉਹ। ਇਹ ਸਾਰੀਆਂ ਗੱਲਾਂ ਮਿਲਾ ਕੇ ਜਿਹੜੀਆਂ ਤੁਹਾਨੂੰ ਬੜਾ ਸੰਵੇਦਨਸ਼ੀਲ ਕਰਦੀਆਂ। ਤੇ ਲੇਕਿਨ ਇਹਦੇ 'ਚ ਚੰਗੀ ਖਬਰ ਇੱਕ ਇਹ ਹੈ ਸਾਰੇ ਕਾਸੇ 'ਚ ਕਿ ਜਿਹੜੀਆਂ ਚੰਗੀਆਂ ਰੂਹਾਂ ਹੁੰਦੀਆਂ ਨਾ, ਨੇਕ ਰੂਹਾਂ ਹੁੰਦੀਆਂ, ਉਹ ਅਸਰ ਬੜਾ ਛੱਡ ਕੇ ਜਾਂਦੀਆਂ। ਮੈਂ ਉਹਨੂੰ 3 ਮਿੰਟ ਲਈ ਮਿਲਿਆ ਜ਼ਿੰਦਗੀ 'ਚ, 2 ਵਾਰੀ ਫੋਨ ਤੇ ਗੱਲ ਹੋਈ ਹੈ, ਲੇਕਿਨ ਇੰਨੇ ਨਾਲ ਹੀ ਜਿਹੜਾ ਮੈਨੂੰ ਇਹ ਲੱਗਿਆ ਵੀ ਜਿਵੇਂ ਮੇਰੇ ਸਾਹਮਣੇ ਇੱਕ ਦੇਵੀ ਪ੍ਰਗਟ ਹੋਈ ਸੀ ਤੇ ਮੇਰੇ ਸਾਹਮਣੇ ਹੀ ਉਹ ਵਿਲੀਨ ਹੋ ਗਈ।
ਕਹਿੰਦੇ ਆ ਬੰਦੇ ਦੀਆਂ ਨਾ ਮੌਤ ਹੈ ਜਿਹੜੀ ਉਹ ਇੱਕ ਮੌਤ ਨਹੀਂ ਹੁੰਦੀ, ਬੰਦੇ ਦੀ ਮੌਤ 3 ਵਾਰੀ ਹੁੰਦੀ ਹੈ। ਪਹਿਲੀ ਮੌਤ ਹੁੰਦੀ ਹੈ ਜਦੋਂ ਪ੍ਰਾਣ ਛੱਡ ਦਿੰਦਾ, ਉਹ ਸਾਹ ਉਹਦੇ ਆਣੇ ਬੰਦ ਹੋ ਜਾਂਦੇ, ਉਹ ਪਹਿਲੀ ਮੌਤ ਹੁੰਦੀ ਹੈ। ਦੂਸਰੀ ਮੌਤ ਉਹਦੀ ਉਹ ਹੁੰਦੀ ਹੈ ਜਦੋਂ ਅਸੀਂ ਉਹਦਾ ਦਾਹ ਸੰਸਕਾਰ ਕਰਕੇ ਆ ਜਾਂਦੇ ਆ, ਜਿਹੜਾ 5 ਤੱਤ ਹੈ ਸਾਡੇ ਸਰੀਰ ਦੇ ਦੁਬਾਰਾ 5 ਤੱਤਾਂ 'ਚ ਸ਼ਾਮਲ ਹੋ ਜਾਂਦੇ ਆ, ਉਹ ਦੂਸਰੀ ਮੌਤ ਹੁੰਦੀ ਹੈ। ਇੱਕ ਤੀਸਰੀ ਮੌਤ ਵੀ ਹੁੰਦੀ ਹੈ ਬੰਦੇ ਦੀ, ਉਹ ਹੁੰਦੀ ਹੈ ਕਿ ਜਿਸ ਦਿਨ ਇਸ ਸੰਸਾਰ 'ਚ ਉਸ ਬੰਦੇ ਨੂੰ ਕੋਈ ਆਖਰੀ ਵਾਰ ਉਸ ਦਾ ਨਾਮ ਲੈਂਦਾ ਹੈ, ਉਹ ਉਸ ਦੀ ਤੀਸਰੀ ਮੌਤ ਹੁੰਦੀ ਹੈ। ਇਸ ਪਲ 'ਚ ਵੀ ਕਿਸੇ ਬੰਦੇ ਦੀ ਆਖਰੀ ਮੌਤ ਹੋ ਰਹੀ ਹੋਏਗੀ ਜੇ ਕਿਸੇ ਦਾ ਉਹਦਾ ਪੜਪੋਤਾ ਜਾਂ ਪੋਤਾ ਉਹਨੂੰ ਯਾਦ ਕਰ ਰਿਹਾ ਹੋਏਗਾ, ਤੇ ਉਸ ਤੋਂ ਬਾਅਦ ਫਿਰ ਦੁਬਾਰਾ ਉਸ ਦਾ ਨਾਮ ਨਹੀਂ ਲਿਆ ਜਾਣਾ। ਲੇਕਿਨ ਇਹਦੇ ਜਿਹੜੀ ਮੈਂ ਚੰਗੀ ਖਬਰ ਇਹ ਕਹਿ ਰਿਹਾ ਕਿ ਕਿਉਂਕਿ ਇਹ ਗੁਰਪ੍ਰੀਤ ਸੀ ਜਿਹੜੀ ਇਹ ਕਵਿਤਾ ਦੇ ਔਰ ਸ਼ਬਦਾਂ ਦੀ ਜੂੰਝ ਪੈ ਗਈ ਹੈ ਇਹ, ਤੇ ਆਮ ਬੰਦੇ ਦਾ ਨਾਮ ਬਹੁਤੀ ਦੁਨੀਆ 'ਚ ਨਹੀਂ ਰਹਿੰਦਾ ਬਹੁਤੀ ਦੇਰ, ਲੇਕਿਨ ਜਿਹੜੇ ਸਿਰਜਣਾ ਦੇ ਲੜ ਲੱਗ ਜਾਂਦੇ ਆ, ਜਿਹੜੇ ਕਵਿਤਾ ਲਿਖ ਲੈਂਦੇ ਆ, ਇੰਨੀ ਸੋਹਣੀ ਕਵਿਤਾ ਲਿਖ ਲੈਂਦੇ ਆ, ਉਹ ਫਿਰ ਉਹ 500 ਸਾਲ 1000 ਸਾਲ ਬਾਅਦ ਵੀ ਜਦੋਂ ਕੋਈ ਉਹਨੂੰ ਚੁੱਕਦਾ ਹੈ ਉਹ, ਤੇ ਉਹਨਾਂ ਸ਼ਬਦਾਂ 'ਚ ਉਹ ਦੁਬਾਰਾ ਜਾਗਦੇ ਆ। ਤੇ ਉਹਦੀ ਜਿਹੜੀ ਤੀਸਰੀ ਮੌਤ ਹੈ ਉਹ ਨਹੀਂ ਹੁੰਦੀ, ਉਹ ਜਿਹੜੀ ਕਵੀ ਹੈ ਜਿਹੜਾ ਸ਼ਾਇਰ ਕਦੇ ਨਹੀਂ ਮਰਦਾ। ਇਸ ਗੱਲ ਦੀ ਮੈਨੂੰ ਬੜੀ ਤਸੱਲੀ ਹੈ ਕਿ ਗੁਰਪ੍ਰੀਤ ਜਿਹੜੀ ਆ ਉਹ ਹਮੇਸ਼ਾ ਸਾਡੇ ਕੋਲ ਰਹੇਗੀ, ਤੇ ਉਹਦੇ ਸ਼ਬਦ ਹੈ ਜਿੱਥੇ ਜਿੱਥੇ ਵੀ ਕੋਈ ਸੰਸਾਰ 'ਚ ਸੰਵੇਦਨਸ਼ੀਲ ਆਦਮੀ ਬੈਠਾ ਹੋਏਗਾ ਉਹਦੀ ਕਵਿਤਾ ਪੜ੍ਹੇਗਾ, ਸੁਣੇਗਾ, ਉਹਨੂੰ ਚੰਗਾ ਲੱਗੇਗਾ। ਇਸ ਤਰੀਕੇ ਨਾਲ ਉਹਨੂੰ ਮੈਂ ਯਾਦ ਕਰਦਾ ਤੇ ਹਮੇਸ਼ਾ ਯਾਦ ਕਰਦਾ ਰਹਾਂਗਾ। ਤੇ ਮੈਨੂੰ ਲੱਗਦਾ ਮੇਰਾ ਕੋਈ ਬੜਾ ਪਿਆਰਾ ਦੋਸਤ ਜਿਵੇਂ ਮੇਰੇ ਕੋਲ ਉੱਠ ਕੇ ਕਿਤੇ ਚਲਾ ਗਿਆ ਹੋਵੇ, ਪਰ ਮੈਂ ਉਹਦੇ ਲਈ ਦੁਆ ਕਰਦਾ ਉਹਦੀ ਅਗਲੀ ਯਾਤਰਾ ਲਈ ਕਿ ਸਭ ਅੱਛਾ ਹੋਵੇ। ਇਹ ਇੱਕ ਕਵੀ ਨੂੰ ਸੱਚੀ ਸ਼ਰਧਾਂਜਲੀ। ਨਜ਼ਮ ਦਾ ਨਾਮ ਹੈ ਅਮਰ ਗੀਤ। ਬ੍ਰਹਿਮੰਡ ਰੱਬ ਦੀ ਕਵਿਤਾ ਹੈ, ਬ੍ਰਹਿਮੰਡ ਰੱਬ ਦੀ ਕਵਿਤਾ ਹੈ, ਤੇ ਰੱਬ ਦੀ ਜੇਬ ਵਿੱਚ ਨੇ ਇਹੋ ਜੀਆਂ ਕਈ ਨਜ਼ਮਾਂ। ਅਮਰ ਗੀਤ ਨੇ ਵੀ ਉਸੇ ਜੇਬ ਵਿੱਚੋਂ ਗਿਰਨਾ, ਉਸ ਹੋਠਾਂ ਤੇ ਰੁਮਕਣਾ, ਆਪਣੇ ਹੋਠਾਂ ਤੇ ਹਰਾਰਤ ਮਹਿਸੂਸ ਕਰ। ਉਹ ਸ਼ਬਦ ਧੁਨੀ ਹੈ, ਗੀਤ ਲਰਜ਼ ਰਿਹਾ ਹੈ, ਤੂੰ ਗੁਨਗੁਨਾ, ਤੂੰ ਗਾ। ਸ਼ਬਦਾਂ ਨੂੰ ਤੇਰੇ ਆਰੋਹੀ ਅਵਰੋਹੀ ਨਾਲ ਤਰਜ਼ ਮਿਲੇਗੀ, ਨਹੀਂ ਤਾਂ ਉਹਦੇ ਅਨਹਦ ਵਿੱਚ ਮਗਨ ਹੋ ਜਾ। ਉਹ ਸ਼ੋਰ ਤੋਂ ਪਰੇ ਖਾਮੋਸ਼ੀ ਵਿੱਚ ਲੀਨ ਹੈ, ਉਹ ਕਦੇ ਨਹੀਂ ਮਰੇਗਾ, ਉਹ ਤੇਰੇ ਸੁਪਨਿਆਂ ਤੇ ਹਸਤਾਖਰ ਕਰੇਗਾ। ਉਹ ਰੱਬ ਦਾ ਗੀਤ ਕਿਤੇ ਵੀ ਨਹੀਂ ਗਿਆ, ਉਹ ਰੱਬ ਦਾ ਗੀਤ ਕਿਤੇ ਵੀ ਨਹੀਂ ਗਿਆ, ਫੈਲਿਆ ਹਰ ਜਗ੍ਹਾ। ਉਹਦੇ ਲਈ ਗੱਚ ਨਹੀਂ ਮੁਹੱਬਤ ਨਾਲ ਅੱਖ ਭਰ, ਉਹਦੇ ਲਈ ਗੱਚ ਨਹੀਂ ਮੁਹੱਬਤ ਨਾਲ ਅੱਖ ਭਰ। ਉਸਨੂੰ ਗਾ ਆਪਣੇ ਅੰਦਰ ਜਗਾ, ਉਸਨੂੰ ਗਾ ਆਪਣੇ ਅੰਦਰ ਜਗਾ। ਆ ਅਮਰ ਗੀਤ ਗਾ, ਆ ਅਮਰ ਗੀਤ ਗਾ। दोस्तों आदाब। ਕਹਿੰਦੇ ਹਨ ਕਿ ਕਲਾ ਮੌਤ ਉੱਪਰ ਜਿੱਤ ਹੁੰਦੀ ਹੈ। ਅੰਗਰੇਜ਼ੀ ਦੇ ਕਵੀ ਜੌਨ ਕੀਟਸ ਜਾਂ ਸਾਡੀ ਪੰਜਾਬੀ ਦੇ ਕਵੀ ਸ਼ਿਵ ਕੁਮਾਰ ਬਟਾਲਵੀ, ਜੋ ਕਿ ਜਵਾਨੀ ਵਿੱਚ ਸਾਥੋਂ ਵਿਛੜ ਗਏ, ਉਹਨਾਂ ਦੀਆਂ ਰਚਨਾਵਾਂ ਅੱਜ ਵੀ ਜਿਉਂਦੀਆਂ ਧੜਕਦੀਆਂ ਹਨ। ਗੁਰਪ੍ਰੀਤ ਗੀਤ ਜੋ ਕਿ ਇੱਕ ਨੌਜਵਾਨ ਕਵਿੱਤਰੀ ਸੀ, ਉਸ ਦੇ ਨਾਲ ਮੈਂ ਪਿਛਲੇ 1-2 ਹਫ਼ਤੇ ਪਹਿਲਾਂ ਹੀ ਫੇਸਬੁੱਕ ਰਾਹੀਂ ਸੰਪਰਕ ਵਿੱਚ ਆਇਆ ਸੀ, ਤੇ ਫਿਰ ਅਚਾਨਕ ਉਸ ਦੇ ਸਦੀਵੀ ਵਿਛੋੜਾ ਦੇ ਜਾਣ ਦਾ ਪਤਾ ਲੱਗਾ, ਤੇ ਮੈਂ ਅਚਾਨਕ ਡੂੰਘੇ ਸੋਗ ਵਿੱਚ ਡੁੱਬ ਗਿਆ ਸੀ। ਉਸ ਸੋਗ ਦੇ, ਉਸ ਉਦਾਸੀ ਦੇ ਵਿੱਚੋਂ ਕਿਸੇ ਮੁਸਕਾਉਂਦੀ ਬਾਲੜੀ ਵਾਂਗ ਮੇਰੀ ਉਂਗਲ ਫੜ ਕੇ ਮੈਨੂੰ ਜਿਹੜੀ ਨਜ਼ਮ ਬਾਹਰ ਲੈ ਕੇ ਆਈ, ਉਹ ਨਜ਼ਮ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ। ਇਸ ਦਾ ਸਿਰਲੇਖ ਹੈ ਗੀਤ ਗਾਥਾ। ਗੀਤ ਗਾਥਾ। ਮਿੱਟੀ ਸੀ आकार सी, मिट्टी सी आकार सी,
ਅੰਦਰ ਜਲ ਸੀ, ਪੌਣ ਸੀ, ਖਲਾ ਸੀ ਤੇ ਪ੍ਰਕਾਸ਼ ਸੀ। ਆਕਾਰ ਟੁੱਟਾ, ਸਭ ਖਿੰਡ ਗਿਆ, ਪਿੰਡ ਬ੍ਰਹਮੰਡੀ ਮਿਲ ਗਿਆ। ਚੱਕ ਤੇ ਜਦ ਵੀ ਬੈਠਾ ਹੈ ਕੁੰਭਕਾਰ, ਚੱਕ ਤੇ ਜਦ ਵੀ ਬੈਠਾ ਹੈ ਕੁੰਭਕਾਰ, ਗੀਤ ਗਾਉਂਦਿਆਂ ਵਜਦ ਚਾਉਂਦਿਆਂ, ਉਸ ਜੋਤਾਂ ਜਗਾਈਆਂ ਸਦਾ ਬਸ ਗੀਤ ਘੜਿਆ ਹੈ। ਗੀਤ ਮਰ ਕੇ ਨਹੀਂ ਮਰਦੇ, ਗੀਤ ਮਰ ਕੇ ਨਹੀਂ ਮਰਦੇ, ਹਵਾ ਵਿੱਚ ਫੈਲ ਜਾਂਦੇ ਹਨ। ਧਿਆਨ ਧਰੀਏ ਜੋ ਕੰਨ ਕਰੀਏ, ਧਿਆਨ ਧਰੀਏ ਜੋ ਕੰਨ ਕਰੀਏ, ਕੂਕਦੇ ਸਭ ਸੁਣੀਂਦੇ ਹਨ, ਕੂਕਦੇ ਸਭ ਸੁਣੀਂਦੇ ਹਨ। ਗੁਰਪ੍ਰੀਤ ਗੀਤ ਕਵਿਤਾ ਲਿਖਦੀ ਸੀ। ਕਵਿਤਾ ਲਿਖਦੀ ਉਹ ਕੁੜੀ ਅਚਾਨਕ ਤੁਰ ਗਈ। ਉਸ ਦੀ ਗੱਲ ਕਰਨ ਲੱਗਿਆਂ ਸਾਨੂੰ ਵੀ ਕਵਿਤਾ ਦਾ ਸਹਾਰਾ ਲੈਣਾ ਪੈਂਦਾ। ਉਸ ਨੂੰ ਸ਼ਰਧਾਂਜਲੀ ਦੇਣ ਲਈ ਕਵਿਤਾ ਦੀ ਲੋੜ ਪੈਂਦੀ ਹੈ। ਇੱਕ ਛੋਟੀ ਜਿਹੀ ਕਵਿਤਾ ਹੈ, ਛਿਣ ਅੰਦਰ। ਤੇਰੀਆਂ ਕਵਿਤਾਵਾਂ ਦੇ ਮੁਹਾਂਦਰੇ ਪੁਰਾਤਨ ਖਤਾਂ ਵਰਗੇ, ਤੇਰੀਆਂ ਕਵਿਤਾਵਾਂ ਦੇ ਮੁਹਾਂਦਰੇ ਪੁਰਾਤਨ ਖਤਾਂ ਵਰਗੇ, ਜਿਨ੍ਹਾਂ 'ਚ ਸਾਂਭੀਆਂ ਪ੍ਰੀਤ ਦੀਆਂ ਮਿੱਥ ਕਥਾਵਾਂ। ਤੇਰੀ ਰੁਖਸਤੀ ਰਾਹ 'ਚ ਛੁੱਟ ਗਏ ਉਹਨਾਂ ਹਜ਼ਾਰਾਂ ਖਿਆਲਾਂ ਵਰਗੇ, ਜਿਨ੍ਹਾਂ ਕਵਿਤਾ ਬਣਨਾ ਸੀ। ਤੇਰੇ ਕਹਿ ਕਹੇ ਉਹਨਾਂ ਬੱਦਲਾਂ ਵਰਗੇ, ਜਿਹੜੇ ਲੰਘੇ ਸਾਡੇ ਮਨ ਦੀ ਗਲੀ, ਵਰੇ ਕਿਸੇ ਅਣਜਾਣ ਤਰਤ। ਤੇਰੀਆਂ ਗੱਲਾਂ ਪੱਥਰਾਂ ਨਾਲ ਟਕਰਾਉਂਦੀ ਪੌਣ ਵਰਗੀਆਂ, ਤੇਰੀਆਂ ਗੱਲਾਂ ਪੱਥਰਾਂ ਨਾਲ ਟਕਰਾਉਂਦੀ ਪੌਣ ਵਰਗੀਆਂ, ਕੰਨਾਂ 'ਚ ਫੁਸਫੁਸਾਉਂਦੀ ਕਵਿਤਾ ਵਰਗੀਆਂ। ਤੇਰਾ ਵਿਵਹਾਰ ਜੰਗਲੀ ਹਵਾ ਵਰਗਾ, ਤੇਰਾ ਵਿਵਹਾਰ ਜੰਗਲੀ ਹਵਾ ਵਰਗਾ, ਨਿਰਸ਼ਲ ਨਿਰਆਕਾਰ ਸੀਟੀਆਂ ਮਾਰਦਾ। ਦਰਿਆ ਦੇ ਪਾਣੀਆਂ 'ਚ ਮਸਤੀ ਕਰਦੀ ਮੱਛੀ ਵਰਗੀ, ਤੂੰ ਕਿੱਥੇ ਗਵਾਚ ਗਈ ਏ। ਦਰਿਆ ਦੇ ਪਾਣੀਆਂ 'ਚ ਮਸਤੀ ਕਰਦੀ ਮੱਛੀ ਵਰਗੀ, ਤੂੰ ਕਿੱਥੇ ਗਵਾਚ ਗਈ ਏ ਇੱਕ ਛਿਣ ਅੰਦਰ। ਗੁਰਪ੍ਰੀਤ ਗੀਤ ਦਾ ਸਥਾਈ ਸਿਰਨਾਮਾ, ਸੁਪਨਿਆਂ ਦੇ ਦਸਤਖਤ। ਇੱਕ ਕਿਹਾ ਚੰਦਰਾ ਬਰਾ ਚੜਿਆ, ਮਹਾਮਾਰੀ ਤੋਂ ਮੁੱਢ ਬਚਿਆ। ਕਿੰਨੇ ਬੇਕਰੇ ਹੋਏ ਸੜਕਾਂ ਤੇ ਰੁੱਲੇ, ਕਿੰਨੇ ਯਤੀਮ ਹੋਏ, ਕਿੰਨੇ ਔਲਾਦੋਂ ਹੀਣ ਹੋਏ। ਪਰ ਇਸ ਭੁੱਖੜ ਦਾ ਰੱਜ ਇੰਨੇ 'ਚ ਨਹੀਂ ਸੀ। ਕਦੇ ਇਰਫਾਨ ਖਾਨ ਦਾ ਕੈਂਸਰ ਸਾਹਮਣੇ ਹਾਰਨਾ, ਫਿਰ ਸੁਸ਼ਾਂਤ ਰਾਜਪੂਤ ਦਾ ਆਤਮਘਾਤ, ਮਗਰੋਂ ਤਰੁਣ ਸਿਸੋਦੀਆ। ਕੌਣ ਇਸ ਦੇ ਨਾਗ ਭਾਸ਼ੇ 'ਚ ਵਲੇਟਿਆ ਗਿਆ, ਹਿਸਾਬ ਲਾਉਣਾ ਔਖਾ। ਕਿੰਨੇ ਡਰਾਂ ਜੀਰੇ ਸਭ, ਪਲਕ ਦੀ ਕੜੀ ਖਬਰੇ ਕੀ ਕਹਿਰ ਵਰਤਾਏ। ਇਹ ਤੌਖਲਾ ਬੇਯਕੀਨੀ ਸੱਚ ਹੋ ਗਿਆ। 20 ਜੁਲਾਈ 2020, 20 ਦੀ ਤਿਗੜੀ ਨੇ ਇੱਕ ਮਨਹੂਸ ਪਾਣਾ ਵਰਤਾ ਹੀ ਦਿੱਤਾ। ਡਾਢੇ ਰੱਬ ਨੇ ਇੱਕ ਹੋਰ ਸੰਤਾਪ ਪੰਜਾਬੀ ਕਾਵ ਜਗਤ ਦੇ ਲੇਖੇ ਲਾ ਦਿੱਤਾ। ਸਵੇਰ ਜਾ ਪਾਉਂਦੀ ਹਨੇਰਾ ਜਿਹਾ ਲੱਗਿਆ, ਹਨੇਰ ਜੂ ਵਰਤ ਗਿਆ ਸੀ ਸਾਈਂ ਦਾ। ਅਬਾਸੀ ਦੁਨੀਆ 'ਚ ਇੱਕ ਹੀ ਜ਼ਿਕਰ, ਇੱਕ ਹੀ ਪੋਸਟ, ਗੁਰਪ੍ਰੀਤ ਗੀਤ ਦਾ ਸਦੀਵੀ ਵਿਛੋੜਾ। ਉਸ ਦੀ ਨਿਰਜਿਨ ਦੇ ਕੋਲ ਪਈ ਉਸ ਦੀ ਪਲੇਠੀ, ਜਾਂ ਹੁਣ ਇਉਂ ਕਹਿ ਲਵੋ ਅੰਤਲੀ ਕਾਵ ਪੁਸਤਕ ਸੁਪਨਿਆਂ ਦੇ ਦਸਤਖਤ। ਇਹ ਦਸਤਖਤ ਬਹੁਤ ਪਛਾਣੇ ਜੇ ਜਾਪੇ। ਯਾਦ ਆਇਆ 6 ਕੁ ਦਿਨ ਪਹਿਲਾਂ ਗੁਰਪ੍ਰੀਤ ਨੇ ਇਸ ਦੀ ਆਮਦ ਦੀ ਖਬਰ ਲਾਈ ਸੀ। ਮੈਂ ਵਧਾਈ ਦਿੱਤੀ। ਉਸ ਤੋਂ ਪ੍ਰਕਾਸ਼ਕ ਪੁੱਛਿਆ। ਨਜ਼ਰ ਦੇ ਧੁੰਦਲਕੇ ਹਟਾਉਣ ਲਈ ਹਾਫਜੇ ਨਾਲ ਰਾਬਤਾ ਕੀਤਾ। ਗੀਤ ਤੂੰ ਮੈਨੂੰ ਕਦ ਮਿਲੀ ਸੈਂ ਭਲਾ? ਗਿਣ ਕੇ 4 ਮੁਲਾਕਾਤਾਂ ਦੇ ਆਵਾਜ਼ ਕਾਨੀ ਕਵਿਤਾ ਰਾਹੀਂ ਸਾਂਝ।
ਪਿਛਲੇ ਵਰੇ ਪੰਜਾਬੀ ਅਕਾਦਮੀ ਵੱਲੋਂ ਨਾਰੀ ਦਿਵਸ ਤੇ ਕਰਵਾਏ ਕਵੀ ਦਰਬਾਰ ਵਿੱਚ ਚੰਦ ਕੜੀਆਂ ਦੀ ਮੁਲਾਕਾਤ ਜਦ 6 ਸਤੰਬਰ 2019 ਚ ਤੇਰੀ ਮੇਰੇ ਮੈਸੇਂਜਰ ਤੇ ਭੇਜੀ ਨਜ਼ਮ ਮੇਰੇ ਤੋਂ ਰਾਏ ਮੰਗਦੀ। ਗੁਰਪ੍ਰੀਤ, ਮੈਂ ਤੇਰੇ ਬਾਰੇ ਕੁਝ ਨਹੀਂ ਸਾਂ ਜਾਣਦੀ। ਉਸ ਨਜ਼ਮ ਵਿੱਚ ਹਸਪਤਾਲ ਦਾ ਬਿੰਬ ਵਰਤਿਆ ਗਿਆ ਜੋ ਮੈਨੂੰ ਰੱਤਾ ਅਜੀਬ ਲੱਗਾ, ਪਰ ਲਿਖ ਦਿੱਤਾ ਨਵੇਕਲੇ ਬਿੰਬ ਵਧੀਆ ਨਜ਼ਮ। ਤੂੰ ਸ਼ੁਕਰੀਆ ਕੀਤਾ। ਇੱਕ ਲੰਮੀ ਮੁਲਾਕਾਤ ਵੀ ਯਾਦ ਪੈਂਦੀ ਏ ਬੋਲਾਂ ਦੀ। ਤੇਰਾ ਫੋਨ ਆਇਆ, ਤੂੰ ਮੇਰੇ ਤੋਂ ਆਪਣੀਆਂ ਨਜ਼ਮਾਂ ਬਾਰੇ 2 ਸ਼ਬਦ ਚਾਹੁੰਦੀ ਸੈਂ। ਹੁਣ ਯਾਦ ਕਰਨ ਤੇ ਵੀ ਉੱਕਾ ਹੀ ਯਾਦ ਨਹੀਂ ਆਉਂਦਾ ਕਿ ਮੈਂ ਕੁਝ ਲਿਖ ਕੇ ਭੇਜਿਆ ਵੀ ਸੀ ਕਿ ਨਹੀਂ। ਸਾਡੀਆਂ ਗੱਲਾਂ 'ਚ ਰਹਿ ਕੇ ਪਰਮਿੰਦਰ ਸੋਢੀ ਦਾ ਜ਼ਿਕਰ ਆਉਂਦਾ ਰਿਹਾ। ਤੂੰ ਕਹੇ ਕਿ ਮੈਂ ਆਪਣੀਆਂ ਨਜ਼ਮਾਂ ਉਹਨਾਂ ਨੂੰ ਸੁਣਾਉਂਦੀਆਂ, ਬਹੁਤ ਹੱਲਾਸ਼ੇਰੀ ਦਿੰਦਿਆਂ, ਪਰ ਇੰਨੇ ਕੁ ਨਾਲ ਅਸੀਂ ਕਿਸੇ ਬਾਰੇ ਕਿੰਨਾ ਕੁ ਜਾਣ ਸਕਦੇ ਹਾਂ। ਸੁਣਿਆ ਜਲੰਧਰ ਦੇ ਨੇੜੇ ਕਿਸੇ ਪਿੰਡ ਦੀ ਜੰਮਪਲ ਸੈਂ। ਉਸ ਸਿਰਨਾਵੇਂ ਤੱਕ ਨਹੀਂ ਜਾਇਆ ਗਿਆ। ਹੁਣ ਉੱਥੋਂ ਇਹ ਮੁਸਾਫਰ ਕੂਚ ਕਰ ਗਿਆ, ਅਨੰਤ ਯਾਤਰਾ ਦੇ ਰਾਹੇ ਪੈ ਗਿਆ। ਪਰ ਸ਼ੁਕਰ ਏ ਤੂੰ ਪੈਣਾ ਛੱਡ ਗਈ। ਨਜ਼ਮਾਂ ਤੇਰੀਆਂ ਪੈਣਾ ਨੇ, ਸੁਪਨਿਆਂ ਦੇ ਦਸਤਖਤ ਤੇਰਾ ਸਥਾਈ ਸਦੀਵੀ ਸਰਨਾਵਾ ਜੋ ਗੀਤ ਸਨ ਤੇਰੇ ਨੇੜੇ ਕਰੇਗਾ। ਤੂੰ ਜੋ ਫੇਸਬੁੱਕ ਤੇ ਐਲਾਨਿਆ ਸੀ ਜ਼ਿੰਦਗੀ ਸੇ ਪਿਆਰ ਹੈ, ਗੀਤ ਮਰਨ ਦੇ ਸਰਾਪ ਨਾਲ ਵੀ ਤੂੰ ਜੀ ਗਈ ਏ। ਇਹ ਕਿਆ ਅਨੋਖਾ ਵਰਦਾਨ ਮਿਲਿਆ ਰੱਬ ਤੋਂ ਤੈਨੂੰ। ਤੇਰੇ ਮਗਰੋਂ ਤੇਰਾ ਹੀ ਜ਼ਿਕਰ ਹੈ, ਤੇਰੇ ਹੀ ਗੀਤ ਹਨ। ਇੱਥੇ ਸ਼ਿਵ ਯਾਦ ਆਉਂਦਾ ਹੈ ਜੋ ਕਹਿੰਦਾ ਸੀ, ਇਹ ਮੇਰਾ ਗੀਤ ਕਿਸੇ ਨਾ ਗਾਣਾ, ਇਹ ਮੇਰਾ ਗੀਤ ਮੈਂ ਆਪੇ ਗਾ ਕੇ ਪਲਕੇ ਹੀ ਮਰ ਜਾਣਾ। ਤੇਰੀ ਕਿਤਾਬ ਨੂੰ ਹੱਥਾਂ 'ਚ ਫੜ, ਨਜ਼ਮਾਂ ਨੂੰ ਪੜ੍ਹ, ਤੇਰੇ ਨਾਲ ਸਾਡਾ ਰਾਬਤਾ ਹੋਏਗਾ। ਅਸੀਂ ਤੇਰੇ ਨਾਲ ਸੰਵਾਦ ਰਚਾਵਾਂਗੇ। ਤੂੰ ਸਾਨੂੰ ਆਪਣੇ ਨੇੜੇ ਹੋਣ ਦਾ ਜ਼ਰੀਆ ਦੇ ਗਈ ਹੈ। ਰੱਬ ਖੈਰ ਕਰੇ, ਰੱਬ ਖੈਰ ਕਰੇ। ਇਹ ਮੁਲਾਕਾਤ ਉਮਰਾਂ ਜਿੰਨੀ ਲੰਮੀ ਹੋਵੇ, ਤੇਰੇ ਨਾਲ ਗੁਫ਼ਤਗੂ ਦੀ ਲਗਾਤਾਰਤਾ ਬਣੀ ਰਹੇ। ਤੂੰ ਇਹੀ ਤਾਂ ਚਾਹੁੰਦੀ ਸੈਂ, ਤੂੰ ਇਹੀ ਤਾਂ ਚਿਤਵਿਆ ਸੀ। ਕਿਤੇ ਨਹੀਂ ਗਈ ਤੂੰ। ਤੇਰੀ ਸ਼ਾਬਦਿਕ ਹਸਤੀ ਮੇਰੀਆਂ ਕਿਤਾਬਾਂ ਦੇ ਸ਼ੈਲਫ ਵਿੱਚ ਬੀੜੀ ਸੈਂਤਾਂ ਕਰ ਰਹੀ। ਤੇਰੀ ਸ਼ਾਬਦਿਕ ਹਸਤੀ ਮੇਰੀਆਂ ਕਿਤਾਬਾਂ ਦੇ ਸ਼ੈਲਫ ਵਿੱਚ ਬੀੜੀ ਸੈਂਤਾਂ ਕਰ ਰਹੀ। ਅੰਮੀਆਂ ਦੀ ਦੱਸਣਾ ਭਲਾ ਮੇਰੀ ਕਵਿਤਾ ਕਿਹੋ ਜਿਹੀ ਲੱਗੀ। ਦੋਸਤੋ, ਗੁਰਪ੍ਰੀਤ ਨੂੰ ਯਾਦ ਕਰਕੇ ਗੁਰਪ੍ਰੀਤ ਦੀ ਕਵਿਤਾ ਪੜ੍ਹਦਾ ਮੈਂ ਕਿ ਉਬਾਸੀ ਲੈਂਦਿਆਂ ਚਾਹ ਦਾ ਕੱਪ ਹੱਸਦਾ ਖਿੱਚਦਾ ਆਪਣੇ ਵੱਲ। ਚਾਹ ਦਾ ਕੱਪ ਹੱਸਦਾ ਖਿੱਚਦਾ ਆਪਣੇ ਵੱਲ। ਅਸੀਂ ਹੌਲੀ ਹੌਲੀ ਘੁੱਟ-ਘੁੱਟ ਕਰਕੇ ਸਾਰੀ ਚਾਹ ਆਪਣੇ ਅੰਦਰ ਡੋਲ ਲੈਂਦੇ ਹਾਂ। ਚਾਹ ਦਾ ਕੱਪ ਹੱਸਦਾ ਖਿੱਚਦਾ ਆਪਣੇ ਵੱਲ। ਅਸੀਂ ਹੌਲੀ ਹੌਲੀ ਘੁੱਟ-ਘੁੱਟ ਕਰਕੇ ਸਾਰੀ ਚਾਹ ਆਪਣੇ ਅੰਦਰ ਡੋਲ ਲੈਂਦੇ ਹਾਂ ਤੇ ਸਾਰੀ ਸੁਸਤੀ ਚਾਹ ਦੇ ਕੱਪ ਅੰਦਰ ਡੋਲ ਦਿੰਦੇ ਹਾਂ। ਹੁਣ ਖਾਲੀ ਚਾਹ ਦਾ ਕੱਪ ਉਦਾਸਿਆ ਜਿਹਾ ਝਾਕਦਾ ਅਸੀਂ ਮੂੰਹ ਮੋੜ ਅੱਗੇ ਤੁਰ ਪੈਂਦੇ ਹਾਂ। ਉਦਾਸਿਆ ਚਾਹ ਦਾ ਕੱਪ ਖਾਲੀ ਜਿਹਾ ਝਾਕਦਾ ਅਸੀਂ ਮੂੰਹ ਮੋੜ ਅੱਗੇ ਤੁਰ ਪੈਂਦੇ ਹਾਂ। ਅਸੀਂ ਖਾਲੀ ਹੋਣੋਂ ਕਿੰਨਾ ਡਰਦੇ ਹਾਂ। ਪੰਜਾਬੀ ਕਵਿਤਾ ਨਾਲ ਮੁਹੱਬਤ ਕਰਨ ਵਾਲੇ ਦੋਸਤੋ, ਕੁਝ ਦਿਨ ਹੋਏ ਪੰਜਾਬੀ ਕਵਿਤਾ ਦੀ ਬਹੁਤ ਪਿਆਰੀ ਧੀ ਗੁਰਪ੍ਰੀਤ ਗੀਤ ਸਾਨੂੰ ਸਦੀਵੀ ਵਿਛੋੜਾ ਦੇ ਗਈ। ਉਸ ਦਾ ਪੰਜਾਬੀ ਕਵਿਤਾ ਵਿੱਚ ਹੁਣੇ ਹੀ ਆਗਮਨ ਹੋਇਆ ਤੇ ਉਹ ਬਹੁਤ ਜਲਦੀ ਸਾਡੇ ਤੋਂ ਰੁਖਸਤ ਹੋ ਗਈ। ਇਸ ਦੀ ਪੀੜਾ ਸਾਰਿਆਂ ਦੇ ਦਿਲ ਵਿੱਚ ਹੈ। ਸੋ ਉਸ ਨਾਲ ਸੰਬੰਧਿਤ, ਉਸ ਨੂੰ ਸਮਰਪਿਤ ਮੈਂ ਇੱਕ ਨਜ਼ਮ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਨਜ਼ਮ ਹੈ ਆਗਮਨ। ਮੇਰੀ ਪ੍ਰੀਤਮ ਤੂੰ ਜਾਗ ਸੋਮਲ ਹੋ, ਦੁਆਰ ਖੋਲ ਮੇਰੀ ਆਮਦ ਲਈ ਚਿਰਾਗ ਬਣ। ਮੈਂ ਆਈ ਹਾਂ ਮੈਂ ਜਿਸ ਦੀ ਸਹਿ ਜਨਮਾਂ ਤੋਂ ਤੈਨੂੰ ਉਡੀਕ ਸੀ। ਤੂੰ ਮੇਰੇ ਹਿਜਰ ਦਾ ਵਗੋਚਿਆ ਉਮਰਾਂ ਦਾ ਤਰਹਾਇਆ, ਅਨੀਂਦਰੇ ਝਾਕਦਾ ਮੇਰੀ ਆਮਦ ਨੂੰ ਤਰਸਦਾ ਸਹਿ। ਲੈ ਮੈਂ ਆ ਗਈ ਤੇਰੇ ਦੁਆਰ, ਤੇਰੀ ਕਾਇਆ ਦੀ ਖੁਸ਼ਬੂ, ਤੇਰੇ ਦਰਦ ਦੀ ਦੁਆ, ਤੇਰਾ ਕਰਮ ਤੇਰਾ ਧਰਮ, ਖੁਦੀ ਦੇ ਦੀਦਾਰ ਦਾ ਸ਼ੀਸ਼ਾ।
इखलाक दी शफा पोशाक तेरी मुक्ति दी रहरास ਲੈ मैं आ गई। तेरे चेतियां दी परिक्रमा करदी नंगे पैर तुरदी सड़दी ठरदी हफदी बहुत दूरों आई हाँ मैं, जिथे घड़ियां दे गेड़ ना हनेरियां दे फेर ना शोर ना आवाज़ रंक ना राज जात ना कुजात मादे दी शो ते लहू दे मोह तो दूर है वसेबा मेरा। तेरा ते मेरा अदुੱਤੀ ਏ मिलन मुकद्दरां दी जोरावरी जां वेलियां दी सिक। तू मेरे सुपनियां दा कंत आ मेरी सेज दा शौहर बन। मान मेरी सोच नूं ते धरत दे जनेपे दा सब तो नसीबी पुੱਤ बन। तेरे कुल झमेलियां दी भाईवाल मैं सीख लवांगी तेरे गमां नूं ला इलाज चीसां नूं भर के झोल तेरी अपने मस्तक दे कुल चानने तेरा नाम रोशन करांगी। उठ वेख तेरे आंगन दी अर्धांगनी जन्मदार जन्म देहां बदलदी कदे राधा कदे मीरा कदे रुकमनी कदे पद्मनी कदे कामनी कदे दामनी कदे अहल्या कदे कुशल्या सजी संवरी अज फेर तेरे द्वार खड़ी। तू जाग तू सोमल हो द्वार खोल मेरी आमद लई चिराग बन। वेख इस जन्म में कविता हो तेरे द्वार खड़ी हाँ, वेख इस जन्म में कविता हो तेरे द्वार खड़ी हाँ। सत श्री अकाल दोस्तों, मैं रमनदीप विरक। ਅੱਜ मैं गल करांगी तुहाडे नाल अपनी बहुत प्यारी कवित्री गुरप्रीत गीत नाल, जिहड़ी थोड़े दिन पहला साडे कोलों किते बहुत दूर चली गई है। ओदियां दो नज़मां तुहाडे नाल साझियां करूंगी। पहली नज़म है कल्पना ते सच। प्रेम दी कल्पना च फुल नहीं उगदे अजकल, जे फुल उग भी जाण तां तेल नाल भिज नहीं पाउंदा प्रेम। पता नहीं केड़ा पत्थर हावी रहिंदा फुल्लां दी कल्पना ते। कदे कदे किसे पत्थर दी तपश जला दिंदी फुल्लां नूं। अगली नज़म है तेरा होना। तेरा होना ज्यों छोना गुलाब नूं अचानक मलिया मेट हो रही जिंदगी दी लपेट आउण तों बच जाना अते निहारना मोरां पंछियां नूं सब कम कार भुला बैठना कुदरत दी बुक्कल च वगदी हवा नाल गौण लग जाना तैरदे देखना अपनी होंद नूं हसना बिना संग जिउणा बिना किसे गड़बड़ी दे डर तो निक्के जादुआं नाल भरिया है तेरा होना। ते आखिर च मैं अपनी एक नज़म जो गीत नूं समर्पित है वो सांझी करूंगी। तेरा होना किसी चुप वर्गा शांत बहंदी नदी जिहा ते तेरा जाना जिवें कोई बहुत वड्डी चीख। चुप नदी कोल बैठा तेरी गल करां जां रड़ जावां चीख नाल तेरे होण ते ना होण विचकार गुम हां अजे इस सवाल नाल। गुरप्रीत गीत सचमुच गुरप्रीत एक गीत वर्गी ही तो सी। मैं ये नहीं कह सकती कि मैं उसनूं कदे नहीं मिली। गुरप्रीत बहुत बार अपने शब्दां नाल मेरी चुप तक पहुंच गई ते मैनूं मिली। उसने शायद जिंदगी के कई रहस्यां नूं बहुत करीब तो जान लिया सी।
ਬਹੁਤ ਚੰਗੀ ਤਰ੍ਹਾਂ ਮਹਿਸੂਸਿਆ ਸੀ। ਇਸੇ ਲਈ ਉਸ ਦੀ ਕਵਿਤਾ ਇੰਨੀ ਗਹਿਰੀ ਹੋ ਜਾਂਦੀ ਹੈ। ਉਹ ਲਿਖਦੀ ਹੈ, ਮਹਿਕ ਜ਼ੁਲਮ ਤੋਂ ਵੱਡੀ ਹੁੰਦੀ, ਤੂੰ ਜ਼ੁਲਮ ਵਾਂਗ ਪਿਆਰ ਕੀਤਾ ਤੇ ਮੈਂ ਮਹਿਕ ਵਾਂਗ ਮੁਹੱਬਤ ਹੰਢਾਈ। ਉਹ ਜ਼ਿੰਦਗੀ ਨੂੰ ਕਦੇ ਵੀ ਸ਼ਿਕਾਇਤ ਨਹੀਂ ਕਰਦੀ ਸੀ। ਸ਼ਾਇਦ ਉਸ ਨੂੰ ਜ਼ਿੰਦਗੀ ਇੱਕ ਅਵਸਰ ਵਾਂਗ ਲੱਗਦੀ ਸੀ। ਉਹ ਲਿਖਦੀ ਹੈ ਕਿ ਕਈ ਕੁੜੀਆਂ ਸ਼ੁੱਧ ਘਾਹ ਦੀ ਜੂਨ ਹੁੰਦੀਆਂ, ਉਗਦੀਆਂ, ਜਿਉਂਦੀਆਂ, ਆਪਣੀ ਹੋਂਦ ਨੂੰ ਫੈਲਣ ਦਿੰਦੀਆਂ ਤੇ ਕੱਚ ਦੀ ਬਣੀ ਜ਼ਿੰਦਗੀ ਵਿੱਚ ਛੇਕ ਕਰਦੀਆਂ। ਉਸ ਦੀ ਕਵਿਤਾ ਮੈਨੂੰ ਬਹੁਤ ਵਾਰ ਵਿਸਮਾਦ ਨਾਲ ਭਰ ਦਿੰਦੀ ਹੈ ਤੇ ਕਈ ਵਾਰ ਉਹਦੇ ਵਿੱਚ ਕ੍ਰਾਂਤੀ ਦੇ ਕਈ ਰੰਗ ਸਹਿਜੇ ਹੀ ਉਗੜ ਆਉਂਦੇ ਨੇ। ਇੱਕ ਬਹੁਤ ਪਿਆਰੀ ਕਵਿਤਾ ਵਿੱਚ ਇੱਕ ਬੱਚੇ ਦੇ ਨਾਲ ਤੁਲਨਾ ਕਰਦੇ ਹੋਏ ਲਿਖਦੀ ਹੈ, ਨਿੱਕਾ ਬੱਚਾ ਸੌਂਦਾ ਨਹੀਂ, ਬਹੁਤ ਔਖਾ ਹੈ ਰੋਂਦੇ ਬੱਚੇ ਨੂੰ ਚੁੱਪ ਕਰਾਉਣਾ। ਨਿੱਕਾ ਬੱਚਾ ਲੱਗਦਾ ਕਦੇ ਕਦੇ ਨੀਂਦ ਵਿੱਚ ਜਾਗ ਰਿਹਾ ਹੁੰਦਾ ਤੇ ਜਾਗ ਵਿੱਚ ਸੁੱਤਾ ਬੱਚਾ ਸੁਣਦਾ ਹੈ ਲੋਰੀ। ਸੌ ਜਾਂਦਾ 10 ਮਿੰਟ ਜਾਂ ਘੰਟਾ ਤੇ ਬਿਸਤਰ ਉੱਤੇ ਪਾਉਂਦੇ ਹੀ ਉੱਠ ਜਾਂਦਾ ਤੇ ਫਿਰ ਸੌਂਦਾ ਹੈ ਹੁਲਾਰੇ ਨਾਲ, ਮਹਿਸੂਸ ਕਰਦਾ ਹੈ ਹੁਲਾਰੇ ਨਾਲ ਪਹਿਲੀ ਆਜ਼ਾਦੀ। ਹੋਣ ਲੱਗਦਾ ਹੈ ਹੁਲਾਰਾ ਵੀ ਵੱਡਾ ਤੇ ਉਹ ਭਾਲਦਾ ਹੈ ਹੁਲਾਰੇ ਦੇ ਮੇਚ ਦੀ ਆਜ਼ਾਦੀ, ਜਿਸ ਵਿੱਚ ਸਿਰਜਣਾ ਹੋ ਸਕੇ, ਪ੍ਰੇਮ ਹੋ ਸਕੇ ਤੇ ਉਹ ਸੁੱਖ ਦੀ ਨੀਂਦ ਸੌ ਸਕੇ। ਇੱਕ ਹੋਰ ਕਵਿਤਾ ਇੱਥੇ ਮੈਂ ਉਹਦਾ ਜ਼ਿਕਰ ਕਰਨਾ ਚਾਹਾਂਗੀ, ਜਿਸ ਵਿੱਚ ਉਹ ਬਹੁਤ ਖੂਬਸੂਰਤ ਢੰਗ ਨਾਲ ਪ੍ਰੇਮ ਦੇ ਭਾਵ ਸ਼ਬਦਾਂ ਵਿੱਚ ਚਿਤਰਿਤ ਕਰ ਰਹੀ ਹੈ। ਉਹ ਕਹਿੰਦੀ ਹੈ, ਪ੍ਰੇਮ ਹੋ, ਨਿਸਾਰ ਹੋ, ਮੁਕਤ ਕਰ ਦੇ ਨੇੜਤਾ ਤੋਂ, ਵੇਖਣ ਦੇ ਖੁਦ ਨੂੰ ਸਾਫ਼ ਸਪਸ਼ਟ, ਜਾਣ ਲੈਣ ਦੇ ਧੁਰ ਤੇ ਧੁਰੇ ਵਿਚਕਾਰ ਦਾ ਸੱਚ, ਤੁਰਾ ਹੋ, ਹਾਵੀ ਨਾ ਹੋ। ਗੀਤ ਸ਼ਾਇਦ ਜਾਣਦੀ ਸੀ ਕਿ ਜ਼ਿੰਦਗੀ ਸ਼ੁਰੂਆਤ ਹੁੰਦੀ ਹੈ ਤੇ ਨਾ ਮੌਤ ਅੰਤ। ਉਸਦੀ ਇੱਕ ਕਵਿਤਾ ਵਿੱਚ ਸਹਿਜੇ ਹੀ ਪਤਾ ਲੱਗਦਾ ਹੈ ਕਿ ਉਹ ਮਹਿਸੂਸ ਕਰਦੀ ਸੀ ਤੇ ਜਾਣਦੀ ਸੀ ਕਿ ਸ਼ਬਦ ਕਦੇ ਨਹੀਂ ਮਰਦੇ। ਇਸੇ ਲਈ ਤਾਂ ਆਪਣੀ ਇੱਕ ਕਵਿਤਾ ਵਿੱਚ ਲਿਖਦੀ ਹੈ, ਭਿੱਜੇ ਸੁਰਾਂ ਦਾ ਵਿਰਲਾਪ ਨਹੀਂ ਹੁੰਦਾ, ਮਹਿਜ਼ ਸਿੱਲ ਹੁੰਦੀ ਹੈ। ਸ਼ਬਦ ਸ਼ਬਦ ਨੂੰ ਕਵਚ 'ਚ ਉਤਾਰ ਲੈਂਦੀ ਹੈ ਤੇ ਥੁੱਕ ਦਿੰਦੀ ਹੈ ਮੌਤ। ਭਿੱਜੇ ਸੁਰ ਕਦੇ ਨਹੀਂ ਮਰਦੇ, ਤਾਜ਼ਾ ਰਹਿੰਦੇ ਗੀਤ ਦੀ ਆਗੋਸ਼ ਵਿੱਚ। ਗੀਤ ਸ਼ਬਦਾਂ ਰਾਹੀਂ ਸਾਡੇ ਵਿੱਚ ਹਮੇਸ਼ਾ ਜਿਉਂਦੀ ਰਹੇਗੀ। ਗੁਰਪ੍ਰੀਤ ਦੀ ਇੱਕ ਹੋਰ ਨਜ਼ਮ ਪੜ੍ਹਦਾ ਮੈਂ, ਬਾਹਰ ਖੁੱਲੇ 'ਚ। ਤੇਰਾ ਪਤਾ ਮੀਂਹ ਦੀਆਂ ਕਣੀਆਂ ਤੇਰੇ ਤੱਕ ਪੁੱਜਣ ਲਈ ਹਜ਼ਾਰ ਨਿੱਕੇ ਪੁਣ। ਤੇਰਾ ਪਤਾ ਮੀਂਹ ਦੀਆਂ ਕਣੀਆਂ ਤੇਰੇ ਤੱਕ ਪੁੱਜਣ ਲਈ ਹਜ਼ਾਰ ਨਿੱਕੇ ਪੁਣ। ਇਹਨਾਂ ਕਣੀਆਂ ਤੇ ਤੁਰਦੀ ਤੇਰੇ ਤੱਕ ਕਦੋਂ ਪਹੁੰਚ ਜਾਂਦੀ ਹਾਂ, ਮੈਨੂੰ ਪਤਾ ਨਾ ਲੱਗਦਾ। ਇਹਨਾਂ ਕਣੀਆਂ ਤੇ ਤੁਰਦੀ ਤੇਰੇ ਤੱਕ ਕਦੋਂ ਪਹੁੰਚ ਜਾਂਦੀ ਹਾਂ, ਮੈਨੂੰ ਪਤਾ ਨਾ ਲੱਗਦਾ। ਤੂੰ ਵੀ ਤਾਂ ਮੇਰਾ ਇੰਤਜ਼ਾਰ ਕਰਦਾ ਹੋਵੇਗਾ, ਤੂੰ ਵੀ ਤਾਂ ਮੇਰਾ ਇੰਤਜ਼ਾਰ ਕਰਦਾ ਹੋਵੇਗਾ। ਇਹਨਾਂ ਨਿੱਕੀਆਂ ਕਣੀਆਂ ਹੇਠ ਤਲੀਆਂ ਟਿਕਾਈ, ਮੈਨੂੰ ਕਿਵੇਂ ਪਤਾ ਲੱਗ ਜਾਂਦਾ, ਮੈਨੂੰ ਕਿਵੇਂ ਪਤਾ ਲੱਗ ਜਾਂਦਾ। ਉਸਨੇ ਮੇਰੇ ਸਾਹਮਣੇ ਫੁੱਲਾਂ ਦੀ ਦੀਵਾਰ ਖੜੀ ਕਰ ਦਿੱਤੀ। ਮੈਂ ਸਿਰ ਝੁਕਾਇਆ ਤੇ ਵਾਪਸੀ ਕਰ ਲਈ। ਲੋਕ ਚਲੇ ਜਾਂਦੇ ਨੇ ਤੇ ਪਿੱਛੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ,
ਪਰ ਯਾਦਾਂ ਤੋਂ ਵੀ ਵੱਡੀ ਗੁਰਪ੍ਰੀਤ ਗੀਤ ਦੀ ਕਿਤਾਬ ਜਿਹੜੀ ਉਹ ਸਾਡੇ ਵਿੱਚ ਉਹਦੇ ਨਾਲ ਸ਼ਾਮਲ ਹੋਈ ਹੈ। ਉਹ ਨਹੀਂ ਹੈ ਪਰ ਉਹਦੀ ਕਿਤਾਬ ਹੈ, ਉਹਦੀ ਸਿਰਜਣਾ ਹੈ, ਉਹਦੀ ਕਵਿਤਾਵਾਂ ਹਨ ਜੋ ਅਸੀਂ ਪੜ੍ਹਾਂਗੇ ਤੇ ਪੜ੍ਹ ਰਹੇ ਹਾਂ। ਹੁਣ ਨੋਟਿਸ 'ਚ ਵੀ ਆਈ ਹੈ। ਬਹੁਤ ਸਾਰੇ ਲੋਕ ਜੋ ਪਹਿਲਾਂ ਗੁਰਪ੍ਰੀਤ ਨੂੰ ਨਹੀਂ ਜਾਣਦੇ ਸੀ ਹੁਣ ਉਹ ਜਾਣ ਗਏ ਨੇ। ਤੇ ਮੈਨੂੰ ਯਾਦ ਹੈ ਕਿ ਇੱਕ ਵਾਰ ਉਹਦੀ ਇੱਕ ਨਜ਼ਮ ਮੇਰੇ ਕੋਲ ਆਈ ਸੀ ਕਿਤਾਬ ਤੋਂ ਪਹਿਲਾਂ, ਤੇ ਉਹ ਨਜ਼ਮ ਮੈਂ ਸ਼ੇਅਰ ਕੀਤੀ ਸੀ ਆਪਣੀ ਵਾਲ 'ਤੇ, ਤੁਸੀਂ ਦੇਖ ਸਕਦੇ ਹੋ। ਤੇ ਉਹ ਨਜ਼ਮ ਦੇ ਨਾਲ ਮੈਂ ਉਹਦੇ ਬਾਰੇ ਕੁਝ ਲਿਖਿਆ ਸੀ। ਬਹੁਤ ਘੱਟ ਮੈਂ ਕਿਸੇ ਬਾਰੇ ਇਹ ਜਿਹੀ ਟਿੱਪਣੀ ਦਿੰਦੀ ਹੁੰਦੀ ਹਾਂ, ਪਰ ਨਵੀਂ ਸ਼ਾਇਰਾਵਾਂ ਦੇ ਵਿੱਚੋਂ ਮੈਨੂੰ ਗੁਰਪ੍ਰੀਤ ਜਿਹੜੀ ਸੀ ਸਭ ਤੋਂ ਅਲੱਗ ਸ਼ਾਇਰਾ ਲੱਗਦੀ ਸੀ। ਉਹਦੇ ਕੋਲ ਬਿੰਬ ਸੀ, ਕਿਸੇ ਨੂੰ ਨਕਲ ਕਰਕੇ ਨਹੀਂ ਲਿਖਦੀ ਸੀ, ਕਿਉਂਕਿ ਹੋੜ ਹੈ, ਬੰਦਾ ਵਾਹ ਦੇ ਚੱਕਰ ਦੇ ਵਿੱਚ ਬੜਾ ਕੁਝ ਕਰਦਾ, ਪਰ ਉਸ ਕੁੜੀ ਦੇ ਅੰਦਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਉਹ ਸ਼ਾਂਤ ਚਿੱਤ ਸੀ, ਬੜੀ ਗਹਿਰ ਗੰਭੀਰ ਸੀ, ਬਹੁਤ ਹੀ ਆਪਣੀ ਦੁਨੀਆ ਦੇ ਵਿੱਚ, ਆਪਣੇ ਔਰੇ ਦੇ ਵਿੱਚ ਰਹਿਣ ਵਾਲੀ ਉਹ ਕਵਿਤਰੀ ਸੀ। ਨਾਮ ਇੱਕ ਹੋਣ ਕਰਕੇ ਅਸੀਂ ਜਿਹੜੇ ਸੀ ਆਪਸ 'ਚ ਮਿਲੇ ਆ, ਸਾਡੀ ਸਾਂਝ ਬਣੀ ਹੈ। ਬਹੁਤ ਸਾਰੇ ਸਾਹਿਤਕ ਪ੍ਰੋਗਰਾਮਾਂ 'ਚ ਅਸੀਂ ਇਕੱਠੇ ਗਏ ਆ ਤੇ ਉਹ ਯਾਦਾਂ ਅੱਜ ਵੀ ਮੇਰੇ ਨਾਲ ਹਨ ਕਿ ਹਾਈਟ ਨੂੰ ਲੈ ਕੇ ਮੈਨੂੰ ਉਹਦੀ ਵਧੀਆ ਲੱਗਦੀ ਸੀ ਕਿ ਉਹਦੀ ਹਾਈਟ ਬਹੁਤ ਸੋਹਣੀ ਹੈ। ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕਿ ਤੇਰੀ ਹਾਈਟ ਬਹੁਤ ਅੱਛੀ ਹੈ, ਮਤਲਬ ਮੈਂ ਉਸ ਤੋਂ ਥੋੜ੍ਹੀ ਘੱਟ ਸੀ। ਕੁੜੀਆਂ ਲੰਬੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ। ਦੂਜਾ ਉਹ ਬਹੁਤ ਹੌਲੀ ਗੱਲ ਕਰਦੀ ਸੀ, ਬਹੁਤ ਹੀ ਹੌਲੀ, ਮਤਲਬ ਮੈਂ ਵੀ ਲਾਊਡ ਹੋ ਜਾਂਦੀ ਹਾਂ, ਹਰ ਕੁੜੀ ਲਾਊਡ ਹੋ ਜਾਂਦੀ, ਬਟ ਉਹਦਾ ਗੱਲ ਕਰਨ ਦਾ ਸਟਾਈਲ ਬੜਾ ਹੀ ਸੋਹਣਾ ਸੀ। ਉਸ ਤੋਂ ਇਲਾਵਾ ਉਹਦੇ ਚਿਹਰੇ ਨੂੰ ਦੇਖੋ ਨਾ, ਇੱਕ ਡੂੰਘਾਈ ਸੀ ਉਹਦੇ ਚਿਹਰੇ ਦੇ ਉੱਤੇ, ਦੀ ਅੱਖਾਂ ਦੇ ਵਿੱਚ ਵੀ। ਉਹਦੀ ਵਾਲ 'ਤੇ ਜਦੋਂ ਅਸੀਂ ਦੇਖਦੇ ਹਾਂ ਫੇਸਬੁੱਕ 'ਤੇ, ਹੁਣ ਤੁਸੀਂ ਸਾਰੇ ਉਹਦੀ ਵਾਲ ਹੀ ਦੇਖ ਰਹੇ ਹੋ, ਤਾਂ ਉਹ ਵਾਲ ਦੇ ਉੱਤੇ ਤੁਸੀਂ ਉਹਦੀ ਪੋਸਟਾਂ ਦੇਖੋਗੇ ਤੁਹਾਨੂੰ ਲੱਗੇਗਾ ਕਿ ਉਹ ਇੱਕ ਆਪਣੇ ਆਪ 'ਚ ਰਹਿਣ ਵਾਲੀ ਕੁੜੀ ਸੀਗੀ। ਪਰ ਬੜਾ ਡੂੰਘਾ ਉਹਦੇ ਕੋਲ ਅਧਿਐਨ ਸੀ, ਬੜਾ ਹੀ ਡੂੰਘਾ ਅਨੁਭਵ ਸੀ ਜੋ ਉਸਨੇ ਆਪਣੀ ਕਵਿਤਾਵਾਂ ਦੇ ਰਾਹੀਂ ਅੱਜ ਸਾਡੇ ਸਾਰਿਆਂ ਨਾਲ ਸਾਂਝਾ ਕੀਤਾ। ਆਪਣੇ ਜਾਣ ਤੋਂ ਬਾਅਦ ਹੀ ਸਹੀ, ਪਰ ਲੋਕਾਂ ਨੇ ਉਸਨੂੰ ਅੱਜ ਪਛਾਣਿਆ, ਪਿਆਰ ਦਿੱਤਾ। ਜੋ ਨਹੀਂ ਜਾਣਦਾ ਸੀ ਜੋ ਵੀ ਉਸਨੂੰ ਜਾਣ ਰਿਹਾ। ਪਰ ਦੁਖਾਂਤ ਹੈ ਕਿ ਜਦੋਂ ਕੋਈ ਸਾਡੇ ਵਿੱਚ ਹੁੰਦਾ ਅਸੀਂ ਉਹਦੀ ਕਦਰ ਨਹੀਂ ਕਰਦੇ। ਮੈਂ ਵੀ ਸ਼ੇਅਰ ਕੀਤਾ, ਹੋਰ ਮੇਰੇ ਵਰਗਿਆਂ ਨੇ ਕਈਆਂ ਨੇ ਵੀ ਉਸ ਦੀ ਰਚਨਾ ਨੂੰ ਸਰਾਹਿਆ। ਮੈਂ ਕਹਿੰਦੀ ਹਾਂ ਅੱਜ ਗੁਰਪ੍ਰੀਤ ਵਰਗੇ ਹੋਰ ਵੀ ਕਈ ਹੋਣਗੇ ਜੋ ਤੁਹਾਡੇ ਨਾਲ ਵਿਚਰ ਰਹੇ ਨੇ, ਤਾਂ ਤੁਸੀਂ ਉਸਨੂੰ ਉਹਦਾ ਬਣਦਾ ਜਿਹੜਾ ਸਥਾਨ ਹੈ ਉਹ ਦਿਓ। ਗੁਰਪ੍ਰੀਤ ਹੁਣ ਨਹੀਂ ਦੇਖ ਰਹੀ ਕਿ ਉਹਦੇ ਲਈ ਕੀ ਹੋ ਰਿਹਾ, ਪਰ ਉਦੋਂ ਦੇਖ ਸਕਦੀ ਸੀ ਕਿ ਉਹਨੂੰ ਨੋਟਿਸ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ। ਪਰ ਅੱਜ ਮੈਂ ਇਹ ਹਿੰਮਤ ਤਾਂ ਕੀਤੀ ਹੈ ਕਿਉਂਕਿ ਮੈਂ ਉਹਦੇ ਬਾਰੇ ਪਹਿਲਾਂ ਲਿਖਿਆ ਸੀ, ਮੈਂ ਉਹਨੂੰ ਨੋਟਿਸ ਕੀਤਾ ਸੀ, ਤਾਂ ਹੀ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਆਪਣੀ ਗੱਲ ਜਿਹੜੀ ਹੈ ਸਾਹਮਣੇ ਰੱਖ ਰਹੀ ਹਾਂ ਕਿ ਤੁਸੀਂ ਜਾਗਦੇ ਜਿਉਂਦੇ ਬੰਦੇ ਦੀ ਕਦਰ ਕਰਿਆ ਕਰੋ, ਉਹਦੀ ਰਚਨਾਵਾਂ ਦੇ ਵਿੱਚੋਂ ਸੰਭਾਵਨਾਵਾਂ ਤਲਾਸ਼ਿਆ ਕਰੋ। ਬਾਅਦ ਵਿੱਚ ਕਿਸੇ ਦੇ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਉਹ ਤਾਂ ਸਿਰਫ ਇੱਕ ਦੁਨੀਆ ਦੇ ਵਿੱਚ ਇੱਕ ਲੋਕਾਚਾਰੀ ਦੇ ਹਿਸਾਬ ਨਾਲ ਉਹ ਰਹਿ ਜਾਂਦਾ ਹੁੰਦਾ। ਤੇ ਮੈਂ ਬਹੁਤ ਜ਼ਿਆਦਾ ਭਾਵੁਕ ਹੋਈ ਜਦੋਂ ਮੈਨੂੰ ਇਹ ਖਬਰ ਮਿਲੀ ਕਿ ਗੁਰਪ੍ਰੀਤ ਦੇ ਨਾਲ ਇਹ ਹਾਦਸਾ ਵਾਪਰਿਆ, ਉਹ ਚਲੀ ਗਈ ਹੈ, ਸਾਡੇ ਵਿਚਕਾਰ ਨਹੀਂ ਰਹੀ ਹੈ। ਮੈਂ ਪੂਰਾ ਦਿਨ ਉਸ ਤੋਂ ਬਾਅਦ ਮੈਨੂੰ ਇੰਝ ਲੱਗਿਆ ਜਿਵੇਂ ਬਹੁਤ ਮੇਰਾ ਕੋਈ ਕਲੋਜ਼ ਮੇਰੇ ਤੋਂ ਦੂਰ ਚਲਾ ਗਿਆ। ਮੈਂ ਉਸ ਅਹਿਸਾਸ ਦੇ ਵਿੱਚ ਰਹੀ ਹਾਂ, ਬਹੁਤ ਮਨ ਵਿਚਲਿਤ ਰਿਹਾ। ਇੰਨੀ ਛੋਟੀ ਉਮਰ ਦੇ ਵਿੱਚ ਜਾਣਾ ਚੰਗਾ ਨਹੀਂ ਹੁੰਦਾ। ਫਿਰ ਮੇਰੇ ਮਨ 'ਚ ਦੂਜਾ ਖਿਆਲ ਆਇਆ ਕਿ ਸ਼ਾਇਦ ਫੁੱਲਾਂ ਵਰਗੀ ਜ਼ਿੰਦਗੀ ਸੀ ਉਸਦੀ। ਇੱਕ ਫੁੱਲ ਜਦ ਆਪਣੀ ਮਹਿਕਾ ਖਿਲਾਰ ਦਿੰਦਾ ਹੈ ਉਸ ਤੋਂ ਬਾਅਦ ਉਹ ਰੁਖਸਤ ਹੋ ਜਾਂਦਾ ਹੈ, ਤਾਂ ਉਹ ਫੁੱਲ ਸੀ, ਸਾਹਿਤ ਦੇ ਬਾਗ ਦਾ ਫੁੱਲ ਸੀ, ਬਹੁਤ ਸੋਹਣਾ ਫੁੱਲ ਸੀ ਜੋ ਹੁਣ ਸਾਡੇ ਵਿੱਚ ਨਹੀਂ ਰਿਹਾ। ਮੈਂ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ, ਉਸ ਫੁੱਲ ਨੂੰ, ਉਸ ਗੀਤ ਨੂੰ ਜੋ ਅਮਰ ਹੋ ਗਿਆ ਹੈ। ਤੇ ਮਤਲਬ ਕਹਿਣਾ ਨਹੀਂ, ਇੱਕ ਵਾਰ ਮਿਲਣ ਦੀ ਆਸ ਜਿਹੜੀ ਸੀ ਉਹ ਮੇਰੇ ਮਨ 'ਚ ਰਹਿ ਗਈ ਕਿ ਮੈਂ ਕਦੀ ਉਸ ਨੂੰ ਮਿਲ ਸਕਦੀ। ਉਹ ਚੁੱਪਚਾਪ ਸਾਨੂੰ ਅਲਵਿਦਾ ਆ ਕੇ ਸਾਡੇ ਵਿੱਚੋਂ ਦੀ ਚਲੀ ਗਈ ਹੈ। ਤਾਂ ਇੱਕ ਤੁਹਾਡੇ ਸਾਰੇ ਅੱਗੇ ਗੁਜ਼ਾਰਿਸ਼ ਵੀ ਹੈ ਕਿ ਉਹਦੇ ਜਾਣ ਦੀ ਜਿਹੜੀ ਹੈ ਨਾ, ਉਹਨੂੰ ਭੁਲਾਇਆ ਨਾ ਜਾਏ, ਉਸ ਨੂੰ ਯਾਦ ਰੱਖਿਆ ਜਾਏ। ਉਸਦੀ ਰਚਨਾ ਰਾਹੀਂ, ਉਸਦੀ ਉਸ ਭੋਲੀ ਜੀ ਸੂਰਤ ਰਾਹੀਂ ਜੋ ਅੱਖਾਂ ਅੱਗੇ ਹੁਣ ਵੀ ਘੁੰਮ ਰਹੀ ਹੈ। ਤੇ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਇਸ ਤਰ੍ਹਾਂ ਖ਼ਤਮ ਹੋ ਜਾਂਦੀਆਂ ਨੇ, ਉਹਨਾਂ ਦਾ ਜਿਹੜੀ ਦਰਦ ਹੈ, ਅਹਿਸਾਸ ਹੈ, ਉਹ ਸਾਡੇ ਦਿਲ 'ਚ ਹਮੇਸ਼ਾ ਲਈ ਰਹਿ ਜਾਂਦਾ ਹੈ। ਤੇ ਗੀਤ ਸਾਡੀ ਯਾਦਾਂ ਦੇ ਵਿੱਚ, ਚੇਤਿਆਂ 'ਚ ਹਮੇਸ਼ਾ ਰਹੇਗੀ। ਤੇ ਉਹਦੀ
ਸਿਰਜਣਾ ਜਿਹੜੀ ਸੀ, ਕਾਵਿ ਸਿਰਜਣਾ ਸੀ, ਉਹਦੀ ਕਿਤਾਬ ਸੁਪਨਿਆਂ ਦੇ ਦਸਤਖਤ, ਉਹ ਹਮੇਸ਼ਾ ਸਾਡੇ ਨਾਲ ਰਹੇਗੀ। ਉਸ ਦੀ ਹਾਜ਼ਰੀ ਸਾਹਿਤ ਜਗਤ 'ਚ ਪ੍ਰਵਾਨ ਹੈ ਅਤੇ ਪ੍ਰਵਾਨ ਅੱਗੇ ਆਉਣ ਵਾਲੇ ਪਾਠਕ ਉਹ ਵੀ ਕਰਦੇ ਰਹਿਣਗੇ। ਇੱਥੋਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਆਖਦੀ ਹਾਂ। ਆਪਣੇ ਵੱਲੋਂ ਵੀ, ਮੇਰੇ ਵੱਲੋਂ ਬਹੁਤ ਘੱਟ ਸ਼ਬਦ ਮੈਂ ਬੋਲੀ ਹਾਂ, ਕਿਉਂਕਿ ਇੰਨਾ ਇਸ ਤੋਂ ਜ਼ਿਆਦਾ ਮੇਰੇ ਤੋਂ ਬੋਲਿਆ ਵੀ ਨਹੀਂ ਜਾਏਗਾ। ਜਿੰਨਾ ਉਹਦੇ ਬਾਰੇ ਗੱਲ ਕਰਦੇ ਹਾਂ ਓਨਾ ਹੀ ਮਨ ਜਿਹੜਾ ਹੈ ਉਹ ਉਦਾਸ ਹੋ ਜਾਂਦਾ ਹੈ, ਓਨਾ ਜ਼ਿਆਦਾ ਮਤਲਬ ਆਈ ਫੀਲ ਕਿ ਗੱਲ ਹੁੰਦੀ ਹੈ ਤਾਂ ਆਪਾਂ ਜਦੋਂ ਕਿਸੇ ਨੂੰ ਇੰਨਾ ਸੋਚਦੇ ਹਾਂ ਕਿਸੇ ਦੀ ਜ਼ਿੰਦਗੀ ਬਾਰੇ ਤਾਂ ਹੁੰਦਾ ਹੈ, ਉਹ ਅਕਸਰ ਹੁੰਦਾ, ਅਤੇ ਉਹ ਮੈਂ ਵੀ ਮਹਿਸੂਸ ਕਰਦੀ ਹਾਂ। ਅਤੇ ਮੈਂ ਇੰਨਾ ਹੀ ਕਹਾਂਗੀ ਕਿ ਉਹ ਪਿਆਰੀ ਗੀਤ ਇੱਕ ਵਾਰ ਮਿਲ ਕੇ ਜਾਂਦੀ, ਇੱਕ ਵਾਰ ਤੈਨੂੰ ਮਿਲਣਾ ਮੇਰੇ ਨਸੀਬ ਵਿੱਚ ਹੁੰਦਾ। ਮਹਿਕ ਜ਼ੁਲਮ ਤੋਂ ਵੱਡੀ ਹੁੰਦੀ, ਤੂੰ ਜ਼ੁਲਮ ਵਾਂਗ ਪਿਆਰ ਕੀਤਾ, ਮੈਂ ਮਹਿਕ ਵਾਂਗ ਮੁਹੱਬਤ ਹੰਡਾਈ। ਰੂਹਾਂ ਵਾਲੇ ਰੂਹ ਹੀ ਹੁੰਦੇ, ਰੂਹਾਂ ਵਾਲੇ ਰੂਹ ਹੀ ਹੁੰਦੇ, ਜਿਸਮ ਇਹਨਾਂ ਦਾ ਪਰਦਾ। ਰੂਹਾਂ ਵਾਲੇ ਰੂਹ ਹੀ ਹੁੰਦੇ, ਜਿਸਮ ਇਹਨਾਂ ਦਾ ਪਰਦਾ। ਸ਼ਬਦ ਇਹਨਾਂ ਦੀ ਸੱਦ ਹੈ ਸੁੱਚੀ, ਸ਼ਬਦ ਹੀ ਹਾਮੀ ਪਰਦਾ। ਰੂਹਾਂ ਵਾਲੇ ਰੂਹ ਹੀ ਹੁੰਦੇ, ਜਿਸਮ ਇਹਨਾਂ ਦਾ ਪਰਦਾ। ਸ਼ਬਦ ਇਹਨਾਂ ਦੀ ਸੱਦ ਹੈ ਸੁੱਚੀ, ਸ਼ਬਦ ਹੀ ਹਾਮੀ ਪਰਦਾ। ਰਹਿ ਗਿਆ ਸਫ਼ਰ ਕੇ ਕੂੰਜ ਕਿਸੇ ਦਾ, ਰਹਿ ਗਿਆ ਸਫ਼ਰ ਕਿ ਕੂੰਜ ਕਿਸੇ ਦਾ, ਸੁਣਿਆ ਕਿ ਅਦਵਾਟੇ। ਰਹਿ ਗਿਆ ਸਫ਼ਰ ਕਿ ਕੂੰਜ ਕਿਸੇ ਦਾ, ਸੁਣਿਆ ਕਿ ਅਦਵਾਟੇ। ਗਜ਼ਲ ਕਿਸੇ ਦਾ ਗੀਤ ਸੌਂ ਗਿਆ, ਸਿਵਿਆਂ ਦੇ ਵਿੱਚ ਜਾ ਕੇ। ਰਹਿ ਗਿਆ ਸਫ਼ਰ ਕਿ ਕੂੰਜ ਕਿਸੇ ਦਾ, ਸੁਣਿਆ ਕਿ ਅਦਵਾਟੇ। ਗਜ਼ਲ ਕਿਸੇ ਦਾ ਗੀਤ ਸੌਂ ਗਿਆ, ਸਿਵਿਆਂ ਦੇ ਵਿੱਚ ਜਾ ਕੇ। ਕਵਿਤਾ ਵਰਗਾ ਖਾਬ ਹੰਢਾ ਕੇ, ਕਵਿਤਾ ਵਰਗਾ ਖਾਬ ਹੰਢਾ ਕੇ, ਖਾਬ ਜੋ ਕਵਿਤਾ ਹੋਈ। ਕਵਿਤਾ ਵਰਗਾ ਖਾਬ ਹੰਢਾ ਕੇ, ਖਾਬ ਜੋ ਕਵਿਤਾ ਹੋਈ। ਰਾਖ ਕੁਲੀ ਕਸਤੂਰੀ ਇਹ ਤਾਂ ਉਮਰਾਂ ਦੀ ਖੁਸ਼ਬੋਈ। ਰਾਖ ਕੁਲੀ ਕਸਤੂਰੀ ਇਹ ਤਾਂ ਉਮਰਾਂ ਦੀ ਖੁਸ਼ਬੋਈ। ਨਰਮ ਜੇ ਪੂਣੀ ਪਈ ਤਰਕਲੇ, ਨਰਮ ਜੇ ਪੂਣੀ ਪਈ ਤਰਕਲੇ, ਤੰਦ ਨਾ ਪੂਰਾ ਹੋਇਆ। ਨਰਮ ਜੇ ਪੂਣੀ ਪਈ ਤਰਕਲੇ, ਤੰਦ ਨਾ ਪੂਰਾ ਹੋਇਆ। ਰਹਿ ਗਈ ਜਾਂ ਕੇ ਸੁਰ ਅਧੂਰੀ, ਰਹਿ ਗਈ ਜਾਂ ਕੇ ਸੁਰ ਅਧੂਰੀ। ਅਲਾਪ ਸੀ ਜਿਸ ਦਾ ਛੋਇਆ। ਨਰਮ ਜਿਹੀ ਪੂਣੀ ਪਈ ਤਰਕਲੇ, ਤੰਦ ਨਾ ਪੂਰਾ ਹੋਇਆ। ਰਹਿ ਗਈ ਜਾਂ ਕੇ ਸੁਰ ਅਧੂਰੀ, ਅਲਾਪ ਸੀ ਜਿਸ ਦਾ ਛੋਇਆ। ਪਿਛਲੇ ਦਿਨੀ ਸਾਨੂੰ ਇੱਕ ਬੜੀ ਅਣਸੁਖਾਵੀ ਘਟਨਾ ਸੁਣਨ ਨੂੰ ਮਿਲਦੀ ਆ, ਜਿਸ ਨੂੰ ਪੜ੍ਹ ਕੇ ਬੜਾ ਮਾਹੌਲ ਸੋਗਮਈ ਹੋ ਜਾਂਦਾ ਕਿ ਇੱਕ ਪੰਜਾਬੀ ਦੀ ਹੋਣਹਾਰ ਕਵਿੱਤਰੀ ਗੁਰਪ੍ਰੀਤ ਗੀਤ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਜਾਂਦੀ ਆ। ਤੇ ਇਸ ਛੋਟੀ ਉਮਰ ਦੀ ਕਵਿੱਤਰੀ ਦਾ ਅਲਵਿਦਾ ਕਹਿ ਜਾਣਾ ਸਾਹਿਤਕ ਹਲਕਿਆਂ ਵਿੱਚ ਇੱਕ ਸੋਗਮਈ ਮਾਹੌਲ ਸਿਰਜ ਦਿੰਦਾ। ਗੁਰਪ੍ਰੀਤ ਗੀਤ ਬਾਰੇ ਮੈਂ ਬਹੁਤਾ ਨਹੀਂ ਪੜ੍ਹ ਸਕਿਆ, ਉਹਦੀ ਕਿਤਾਬ ਅਜੇ ਤੱਕ ਮੇਰੇ ਤੱਕ ਪਹੁੰਚੀ ਨਹੀਂ, ਪਰ ਜਿੰਨਾ ਕੁ ਮੈਂ ਸੋਸ਼ਲ ਮੀਡੀਆ 'ਤੇ ਮਿੱਤਰ ਪਿਆਰਿਆਂ ਵੱਲੋਂ ਸ਼ੇਅਰ ਕੀਤੀਆਂ ਪੋਸਟਾਂ 'ਚੋਂ ਪੜ੍ਹਿਆ, ਉਹਦੇ ਵਿੱਚ ਇੱਕ ਗੱਲ ਸਹਿਜੇ ਪਤਾ ਲੱਗਦੀ ਹੈ ਕਿ ਗੁਰਪ੍ਰੀਤ ਗੀਤ ਚੇਤਨਾ ਵਾਲੀ ਕਵਿੱਤਰੀ ਸੀ। ਉਹਦੇ ਅੰਦਰ ਇੱਕ ਚੇਤਨਾ ਸੀ ਅਤੇ ਉਹ ਚਿੰਤਨਸ਼ੀਲ ਸੀ। ਉਹਦੀ ਕਵਿਤਾ ਅਪੀਲ ਕਰਦੀ ਹੈ, ਉਹਦੀ ਕਵਿਤਾ ਅੰਦਰ ਸੁਹਜ ਹੈ, ਸਹਿਜ ਹੈ, ਸਾਦਗੀ ਹੈ, ਸੰਜੀਦਗੀ ਹੈ। ਅਤੇ ਇਸ ਤਰ੍ਹਾਂ ਹੀ ਉਹਦੇ ਜਿਹੜੇ ਕਵਿਤਾ ਜਿਹੜੇ ਅਸੀਂ ਹਾਵ ਭਾਵ ਦੇਖਦੇ ਹਾਂ, ਬਿੰਬ ਦੇਖਦੇ ਹਾਂ, ਜਦੋਂ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਾਨੂੰ ਇੱਕ ਉਹਦੀ ਕਵਿਤਾ ਅੰਦਰ ਤੜਪ, ਇੱਕ ਕਸਕ, ਇੱਕ ਟਸਕ ਮਿਲਦੀ ਹੈ ਕਵਿਤਾ ਅੰਦਰ। ਜਿਵੇਂ ਕਿ ਉਹ ਇੱਕ ਥਾਂ ਲਿਖਦੀ ਹੈ ਕਿ ਕਿੰਝ ਦਾ ਲੱਗਦਾ ਹੈ ਉਡੀਕਦੇ ਰਹਿਣਾ ਸਹੀ ਸਮਾਂ, ਤੇ ਅੰਤ ਥੱਕ ਹਾਰ ਕੇ ਤੋੜਦੇ ਨੇ ਉਹ ਸਾਰੇ ਮਰਤਬਾਨ, ਜਿਨ੍ਹਾਂ ਵਿੱਚ ਕੈਦ ਸਨ ਉਡੀਕਦੇ ਪਰਿੰਦੇ। ਹੁਣ ਜਦੋਂ ਅਸੀਂ ਇਹ ਕਵਿਤਾ ਨੂੰ ਪੜ੍ਹਦੇ ਹਾਂ ਜਾਂ ਅਸੀਂ ਹੋਰਨਾਂ ਕਵਿਤਾਵਾਂ ਉਹਦੀਆਂ ਨੂੰ ਪੜ੍ਹਦੇ ਹਾਂ ਤਾਂ ਉਦੋਂ ਸਹਿਜੇ ਇੱਕ ਗੱਲ ਪਤਾ ਲੱਗਦੀ ਹੈ ਕਿ ਉਹਦੀ ਕਵਿਤਾ ਇੱਕ ਅਤਰੀਬ ਮਨੁੱਖ ਤੋਂ ਹੁੰਦੀ ਹੋਈ, ਅਤਰੀਬ ਮਨ ਦੀ ਗੱਲ ਕਰਦੀ ਕਰਦੀ
ਮਨੁੱਖਤਾ ਪ੍ਰਸਤੀ ਤੱਕ ਸਮਾਜਵਾਦ ਤੱਕ ਜਾਂਦੀ ਆ, ਜੋ ਕਿ ਆਦਰਸ਼ ਕਵਿਤਾ ਦੀ ਨਿਸ਼ਾਨੀ ਆ, ਜੋ ਕਿ ਇੱਕ ਚੰਗੀ ਉੱਚ ਪਾਏ ਕਵਿਤਾ ਦੀਆਂ ਨਿਸ਼ਾਨੀਆਂ। ਤੇ ਇੱਥੇ ਉਹਦੀ ਕਵਿਤਾ ਪੜ੍ਹਦਿਆਂ ਫਿਰ ਮੈਨੂੰ ਸ਼ਿਵ ਵੀ ਯਾਦ ਆਉਂਦਾ ਕਿ ਸ਼ਿਵ ਕਹਿੰਦਾ, ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ। ਸੋ ਮੈਂ ਇਹੀ ਕਹੂੰਗਾ ਕਿ ਸਾਹਿਤ ਪ੍ਰੇਮੀਆਂ ਨੂੰ, ਸਾਹਿਤ ਦੇ ਚਿੰਤਕਾਂ ਨੂੰ ਤੇ ਆਮ ਲੁਕਾਈ ਨੂੰ ਕਿ ਗੁਰਪ੍ਰੀਤ ਗੀਤ ਦੀ ਕਵਿਤਾ ਨੂੰ ਪੜ੍ਹੀਏ, ਮਾਣੀਏ, ਉਹਦੀ ਕਵਿਤਾ ਨੂੰ ਸਾਂਭੀਏ, ਉਹਦੀ ਕਵਿਤਾ ਸੰਗ ਕਵਿਤਾ ਹੋਈਏ। ਸੋਹਣੇ ਸੁਪਨੇ ਜੂਨ ਬਦਲ ਦਿੰਦੇ ਹਨ ਤੇ ਅਪਾਹਜ ਸੁਪਨੇ ਨੈਣ। ਮੈਂ ਕਦੇ ਚੰਨ ਤੇ ਤਾਰੀਆਂ ਲਾਈਆਂ, ਕਦੇ ਸੜਕਾਂ ਤੇ ਰੁੜੀ। ਚੰਨ ਡੰਡੇ ਨਾਲ ਹੱਕਣ ਵਾਲਾ ਟਾਇਰ, ਜਿੰਨਾ ਹੱਕ ਸਕਦੀ ਸੀ ਹੱਕਿਆ। ਹੁਣ ਡੰਡਾ ਹੱਥੋਂ ਛੁੱਟ ਰਿਹਾ, ਟਾਇਰ ਦਾ ਕਾਲਾ ਰੰਗ ਫੈਲ ਰਿਹਾ ਅੱਖਾਂ ਦੇ ਅੰਦਰ। ਅਜੀਬ ਰੋਸ਼ਨੀ ਹੈ ਹਨੇਰੇ ਦੀ। मेरी एक नज्म है जिस्मों पार। मिलांगी तैनू उस पार मैं कदी, इस पार दे मिलन ते हुण यकीन न रहा। कुछ है मेरे कोल जो तेरा है ते तैनू सौंपना है, जिस्मां तो पार दी गल है ये। मिल सकदे हां एक सूरत विच अज ही, इसे पल जे सिख लईए जिस्मां नू छड्डना। इवे ही करदे ने ऋषि, इवे ही करदे ने ऋषि। नज़म है दोस्तों। असल नाटक दी दर्शक ओ जो हनेरे चो अजब रोशनी वेखदी। असल नाटक दी दर्शक ओ जो हनेरे चो अजब रोशनी वेखदी। हसदे हसदे उदासे चेहरिਆਂ ਨੂੰ अलविदा ਕਹਿ, ਆਪਣੀ ਕੁੰਜ ਸੰਸਾਰ ਦੀ ਦੋ ਸੰਗੜ ਚ ਉਤਾਰ, ਅਗਲੇ ਸਫ਼ਰ ਤੇ ਤੁਰ ਗਈ। ਵੇ ਸੁਜਾਖੇ ਆਖ ਮੁਰਾਖੇ ਸੰਸਾਰ ਨੂੰ ਹਾਕ ਮਾਰਦੀ। ਵੇ ਸੁਜਾਖੇ ਆਖ ਮੁਨਾਖੇ ਸੰਸਾਰ ਨੂੰ ਹਾਕ ਮਾਰਦੀ। ਇਵੇਂ ਹੀ ਕਰਦੇ ਨੇ ਰਿਸ਼ੀ। ਗੁਰਪ੍ਰੀਤ ਦੇ ਵਿਸ਼ੇਸ਼ ਅੰਕ ਦੇ ਅਖੀਰ ਤੇ ਮੈਂ ਉਹਨਾਂ ਸਾਰੇ ਸ਼ਾਇਰਾਂ ਦਾ, ਲੇਖਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗੁਰਪ੍ਰੀਤ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ, ਆਪਣੀ ਯਾਦਾਂ ਦੇ ਵਿੱਚ ਯਾਦ ਰੱਖਿਆ ਹੈ। ਤੇ ਵਿਸ਼ੇਸ਼ ਤੌਰ ਤੇ ਮੈਂ ਅਮਰਜੀਤ ਕਸਕ ਹੋਰਾਂ ਦਾ ਧੰਨਵਾਦ ਵੀ ਕਰਦਾ ਹਾਂ, ਕਿਉਂਕਿ ਉਹਨਾਂ ਨੇ ਦਸਤਾਵੇਜ਼ ਦੇ ਇਸ ਵਿਸ਼ੇਸ਼ ਅੰਕ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਅਸੀਂ ਇਸ ਵਿਸ਼ੇਸ਼ ਅੰਕ ਨੂੰ ਇੱਕ ਯਾਦਗਾਰ ਅੰਕ ਬਣਾ ਦੇਣਾ ਹੈ। ਇਹ ਗੁਰਪ੍ਰੀਤ ਦੇ ਨਾਲ ਸਾਡਾ ਵਾਅਦਾ ਹੈ। ਤੇ ਇੱਕ ਵਾਅਦਾ ਅਸੀਂ ਹੋਰ ਕਰਦੇ ਹਾਂ ਕਿ ਉਸ ਦੀ ਕਿਤਾਬ ਸੁਪਨਿਆਂ ਦੇ ਦਸਤਖਤ ਅਸੀਂ ਸੂਰਜਾਂ ਦੇ ਵਾਰਸ ਪ੍ਰਕਾਸ਼ਨ ਕੋਲੋਂ ਖਰੀਦ ਕੇ ਪੜ੍ਹਾਂਗੇ, ਮੁਫਤ ਬਿਲਕੁਲ ਨਹੀਂ ਪੜ੍ਹਾਂਗੇ। ਤੇ ਇਹ ਵੀ ਵਾਅਦਾ ਕਰਦੇ ਹਾਂ ਕਿ ਇਹ ਕਿਤਾਬ ਸਾਡੀ ਸਾਰਿਆਂ ਦੀ ਲਾਇਬ੍ਰੇਰੀ ਦੇ ਵਿੱਚ ਗੁਰਪ੍ਰੀਤ ਦੇ ਸ਼ਬਦਾਂ ਦੇ ਰੂਪ ਦੇ ਵਿੱਚ ਸਾਡੇ ਕੋਲ ਰਹਿ ਗਈ, ਤਾਂ ਹੀ ਅਸੀਂ ਗੁਰਪ੍ਰੀਤ ਨੂੰ ਆਪਣੇ ਨੇੜੇ ਮਹਿਸੂਸ ਕਰਾਂਗੇ। ਇਹ ਗੁਰਪ੍ਰੀਤ ਦੇ ਨਾਲ ਸਾਡਾ ਵਾਅਦਾ ਹੈ।